ਵੈਲਕਮ ਟੂ ਐਕਸਲੇਟਰ ਕਲਾਸਿਸ। ਜਿਵੇਂ ਕਿ ਅਸੀਂ ਇਸ ਕਲਾਸ ਦੇ ਵਿੱਚ ਕਰੰਟ ਐਂਡ ਇਲੈਕਟ੍ਰਿਸਿਟੀ ਵਾਲਾ ਟੌਪਿਕ ਡਿਸਕਸ ਕਰ ਰਹੇ ਹਾਂ ਤੇ ਅਸੀਂ ਉਸੇ ਚੈਪਟਰ ਦੇ ਵਿੱਚ ਅੱਜ ਇੱਕ ਨਵਾਂ ਆਰਟੀਕਲ ਦੇਖਦੇ ਹਾਂ, ਡ੍ਰਿਫਟ ਵੈਲੋਸਿਟੀ। ਡ੍ਰਿਫਟ ਵੈਲੋਸਿਟੀ ਇੱਕ ਬਹੁਤ ਹੀ ਇੰਪੋਰਟੈਂਟ ਟੌਪਿਕ ਆ। ਡ੍ਰਿਫਟ ਵੈਲੋਸਿਟੀ ਦੀ ਵੈਸੇ ਵੀ ਕਰੰਟ ਐਂਡ ਇਲੈਕਟ੍ਰਿਸਿਟੀ ਨੂੰ ਸਮਝਣ ਵਾਸਤੇ ਡ੍ਰਿਫਟ ਵੈਲੋਸਿਟੀ ਦੀ ਸਮਝ ਹੋਣੀ ਬਹੁਤ ਜ਼ਰੂਰੀ ਆ। ਹੁਣ ਦੇਖੋ, ਡ੍ਰਿਫਟ ਵੈਲੋਸਿਟੀ ਨੂੰ ਸਮਝਣ ਤੋਂ ਪਹਿਲਾਂ ਆਪਾਂ ਇੱਕ ਕਨਸੈਪਟ ਸਮਝਦੇ ਹਾਂ ਕਿ ਕਿਸੇ ਮੈਟਲ ਜਾਂ ਕਿਸੇ ਕੰਡਕਟਰ ਦੇ ਵਿੱਚ ਕਿੰਨੇ ਕੁ ਇਲੈਕਟ੍ਰੋਨ ਹੁੰਦੇ ਆ। ਤੇ ਸਾਨੂੰ ਪਤਾ ਵਾ ਕਿ ਜੇਕਰ ਮੈਂ ਕਹਾਂ ਕਿ ਮੇਰੇ ਕੋਲੋਂ ਕੀ ਆ, ਇੱਥੇ ਇੱਕ ਮੈਟਲ ਵਾ ਜਾਂ ਕੋਈ ਕੰਡਕਟਰ ਵਾ ਤੇ ਇਹਦੇ ਵਿੱਚ ਜਿਹੜੇ ਚਾਰਜ ਕੈਰੀਅਰ ਆ, ਜਿਹਨੂੰ ਅਸੀਂ ਇਲੈਕਟ੍ਰੋਨ ਕਹਿ ਰਹੇ ਹਾਂ, ਉਹਨਾਂ ਦੀ ਗਿਣਤੀ ਕਿਹਦੇ ਤੇ ਡਿਪੈਂਡ ਕਰਨੀ ਆ? ਸਾਨੂੰ ਪਤਾ ਉਹਨਾਂ ਦੀ ਗਿਣਤੀ ਡਿਪੈਂਡ ਕਰਨੀ ਆ ਐਟਮਸ ਦੇ ਉੱਪਰ। ਮਤਲਬ ਜਿੰਨੇ ਜ਼ਿਆਦਾ ਐਟਮ ਹੋਣਗੇ ਉਨੇ ਜ਼ਿਆਦਾ ਕੀ ਹੋਣਗੇ? ਇਲੈਕਟ੍ਰੋਨ ਹੋਣਗੇ। ਸਾਨੂੰ ਕੈਮਿਸਟਰੀ ਦੇ ਵਿੱਚ ਪਤਾ ਵਾ ਕਿ ਐਟਮਸ ਦੀਆਂ ਸ਼ੈਲਸ ਦੇ ਵਿੱਚ ਹੀ ਇਲੈਕਟ੍ਰੋਨ ਆ, ਤੇ ਜੇ ਐਟਮ ਦੀ ਗਿਣਤੀ ਜ਼ਿਆਦਾ ਵਾ, ਐਟਮ ਕੀ ਆ? ਇੱਕ ਪਰਿਵਾਰ ਵਾ, ਤੇ ਜਿੰਨੇ ਜ਼ਿਆਦਾ ਪਰਿਵਾਰ ਵਾ ਆਪਾਂ ਕਹਿ ਸਕਦੇ ਹਾਂ ਉਨੇ ਜ਼ਿਆਦਾ ਮੈਂਬਰ ਆ। ਠੀਕ ਆ। ਸੋ ਐਟਮਸ ਦੇ ਉੱਪਰ ਇਲੈਕਟ੍ਰੋਨ ਦੀ ਗਿਣਤੀ ਜਿਹੜੀ ਆ ਡਿਪੈਂਡ ਕਰਦੀ ਆ। ਤੇ ਹੁਣ ਇੱਕ ਮੈਟਲ ਦੇ ਵਿੱਚ ਇਹ ਜਿਹੜੇ ਇਲੈਕਟ੍ਰੋਨ ਆ, ਜਿੱਦਾਂ ਅਸੀਂ ਬਾਰ-ਬਾਰ ਵਰਡ ਯੂਜ਼ ਕਰਦੇ ਹਾਂ ਕਿ ਮੈਟਲ ਕੋਲ ਫ੍ਰੀ ਇਲੈਕਟ੍ਰੋਨ ਆ, ਕੰਡਕਟਰ ਕੋਲ ਫ੍ਰੀ ਇਲੈਕਟ੍ਰੋਨ ਆ, ਇਹ ਕਿੱਦਾਂ ਦੇ ਫ੍ਰੀ ਆ? ਅਸੀਂ ਇਹਨੂੰ ਕੀ ਫ੍ਰੀ ਕਹਿ ਸਕਦੇ ਹਾਂ? ਮਤਲਬ ਕਿਸ ਚੀਜ਼ ਤੋਂ ਫ੍ਰੀ ਕਹਿ ਸਕਦੇ ਹਾਂ? ਸਾਨੂੰ ਇਹ ਵੀ ਸਮਝਣਾ ਪਏਗਾ। ਹੁਣ ਦੇਖੋ, ਮੈਟਲ ਦੇ ਵਿੱਚ ਆਮ ਤੌਰ 'ਤੇ ਜਿਵੇਂ ਮੈਂ ਇੱਥੇ ਬਣਾਵਾਂ ਕਿ ਇਹਦੇ ਵਿੱਚ ਮੈਂ ਐਟਮ ਬਣਾਵਾਂ, ਮੰਨ ਲਓ ਇੱਕ ਐਟਮ A ਆ, ਇੱਥੇ ਐਟਮ B ਆ, ਤੇ ਕਿਤੇ ਐਟਮ C ਆ। ਵੈਸੇ ਤਾਂ ਕੀ ਆ, ਬਹੁਤ ਸਾਰੇ ਐਟਮ ਆ, ਤੇ ਇਹ ਜਿਹੜੇ ਐਟਮ ਆ ਇਹਨਾਂ ਕੋਲ ਕੀ ਆ? ਇਹਨਾਂ ਦੀਆਂ ਸ਼ੈਲਸ ਦੇ ਵਿੱਚ ਇਲੈਕਟ੍ਰੋਨ ਵੀ ਘੁੰਮਦੇ ਪਏ ਆ, ਸਾਨੂੰ ਪਤਾ ਵਾ। ਤੇ ਇਹ ਇਲੈਕਟ੍ਰੋਨ ਜਿਹੜੇ ਆ ਨਾ, ਇਹ ਰੂਮ ਟੈਂਪਰੇਚਰ 'ਤੇ ਆਣ ਕੇ, ਪਹਿਲਾਂ ਕੀ ਸੀ, ਇਹ ਰੂਮ ਟੈਂਪਰੇਚਰ ਤੋਂ ਪਹਿਲਾਂ ਇਹ ਸ਼ੈਲਸ ਦੇ ਵਿੱਚ ਬਾਉਂਡ ਸੀ। ਇਹ ਸ਼ੈਲਸ ਦੇ ਵਿੱਚ ਰਹਿ ਕੇ ਨਿਊਕਲੀਅਸ ਦੇ ਆਲੇ ਦੁਆਲੇ ਘੁੰਮਦੇ ਸੀ। ਮੇਰੇ ਕਹਿਣ ਦਾ ਮਤਲਬ ਆ ਕਿ ਜਿਹੜੇ ਇੱਥੇ ਇਲੈਕਟ੍ਰੋਨ ਆ ਉਹ ਆਪੋ ਆਪਣੇ ਨਿਊਕਲੀਅਸ ਦੇ ਦੁਆਲੇ ਘੁੰਮਦੇ ਜਾਂਦੇ ਆ। ਪਰ ਜਦੋਂ ਹੀ ਇਹ ਜਿਹੜੀ ਮੈਟਲ ਆ ਇਹ ਰੂਮ ਟੈਂਪਰੇਚਰ 'ਤੇ ਆਈ, ਰੂਮ ਟੈਂਪਰੇਚਰ 'ਤੇ ਆਉਣ 'ਤੇ ਕੀ ਮਿਲ ਜਾਣਾ? ਰੂਮ ਟੈਂਪਰੇਚਰ 'ਤੇ ਆਉਣ 'ਤੇ ਸਾਨੂੰ ਪਤਾ ਵਾ ਕਿ ਇਹਨੂੰ ਥੋੜ੍ਹੀ ਬਹੁਤ ਹੀਟ ਮਿਲ ਜਾਣੀ ਆ। ਤੇ ਜਾਂ ਅਸੀਂ ਹੀਟ ਕਹੀਏ ਤੇ ਜਾਂ ਅਸੀਂ ਕਹੀਏ ਥਰਮਲ ਐਨਰਜੀ ਮਿਲ ਜਾਣੀ ਆ, ਥਰਮਲ ਐਨਰਜੀ। ਹੁਣ ਇਹ ਜਿਹੜੀ ਥਰਮਲ ਐਨਰਜੀ ਆ ਇਲੈਕਟ੍ਰੋਨ ਨੇ ਪ੍ਰਾਪਤ ਕਰ ਲਈ, ਤੇ ਇਲੈਕਟ੍ਰੋਨ ਥਰਮਲ ਐਨਰਜੀ ਪ੍ਰਾਪਤ ਕਰਕੇ ਕੀ ਕਰੇਗਾ? ਉਹ ਸ਼ੈਲਸ 'ਚੋਂ ਫ੍ਰੀ ਹੋ ਜਾਏਗਾ। ਮਤਲਬ ਜਿਹੜੇ ਇਹਦੇ ਆਊਟਰਮੋਸਟ ਇਲੈਕਟ੍ਰੋਨ ਹੋਣਗੇ, ਜਿਵੇਂ ਮੈਂ ਕਹਿ ਰਿਹਾ ਵਾਂ ਕਿ ਇਹ ਕੋਈ ਆਊਟਰਮੋਸਟ ਆ, ਇਹਨੇ ਕੀ ਹੋ ਜਾਣਾ ਵਾ? ਫ੍ਰੀ ਹੋ ਜਾਣਾ ਵਾ। ਇੱਧਰੋਂ ਵੀ ਕੋਈ ਫ੍ਰੀ ਹੋ ਜਾਣਾ, ਇੱਧਰੋਂ ਵੀ ਕੋਈ ਫ੍ਰੀ ਹੋ ਜਾਣਾ। ਸਾਰੇ ਦੇ ਸਾਰੇ ਇਲੈਕਟ੍ਰੋਨ ਇੱਕ ਐਟਮ ਦੇ ਵਿੱਚੋਂ ਫ੍ਰੀ ਨਹੀਂ ਹੋਣੇ, ਪਰ ਉੱਥੋਂ ਕੁਛ ਇਲੈਕਟ੍ਰੋਨ ਜਿਹੜੇ ਆ ਉਹ ਫ੍ਰੀ ਹੋ ਜਾਣੇ ਆ। ਜਿਸ ਕਰਕੇ ਅਸੀਂ ਕਹਿੰਦੇ ਆ ਕਿ ਇਹ ਜਿਹੜੇ ਫ੍ਰੀ ਇਲੈਕਟ੍ਰੋਨ ਆ, ਹੁਣ ਇਹ ਫ੍ਰੀ ਕਿਹਦੇ ਤੋਂ ਆ? ਫ੍ਰੀ ਇਹ ਇਸ ਚੀਜ਼ ਤੋਂ ਆ ਕਿ ਇਹਨਾਂ ਨੇ ਵੇਲੈਂਸ ਵਿੱਚ ਨਹੀਂ ਘੁੰਮਣਾ, ਇਹਨਾਂ ਨੇ ਕਿਸੇ ਨਿਊਕਲੀਅਸ ਦੇ ਆਲੇ ਦੁਆਲੇ ਨਹੀਂ ਘੁੰਮਣਾ। ਇਹਨਾਂ ਨੇ ਕਿੱਦਾਂ ਘੁੰਮਣਾ ਵਾ? ਇਹਨਾਂ ਨੇ ਰੈਂਡਮ ਘੁੰਮਣਾ ਵਾ ਮੈਟਲ ਦੇ ਅੰਦਰ। ਤੇ ਆਮ ਤੌਰ 'ਤੇ ਜਿਸ ਸਪੀਡ ਦੇ ਨਾਲ ਇਹ ਰੈਂਡਮਲੀ ਮੂਵ ਕਰਦੇ ਰਹਿੰਦੇ ਆ ਨਾ, ਤੇ ਉਸ ਸਪੀਡ ਨੂੰ ਆਪਾਂ ਕੀ ਬੋਲਦੇ ਹਾਂ? ਥਰਮਲ ਸਪੀਡ ਬੋਲਦੇ ਹਾਂ। ਸਾਡੇ ਕੋਲੋਂ ਕੀ ਵਰਡ ਆਇਆ? ਥਰਮਲ ਸਪੀਡ। ਥਰਮਲ ਸਪੀਡ ਬੋਲ ਦੋ ਜਾਂ ਥਰਮਲ ਵੈਲੋਸਿਟੀ ਬੋਲ ਦੋ, ਥਰਮਲ ਸਪੀਡ। ਹੁਣ ਇਹ ਮੋਸ਼ਨ ਜਿਹੜਾ ਵਾ ਰੈਂਡਮ ਆ, ਇਹ ਸਪੀਡ ਵੀ ਰੈਂਡਮ ਆ, ਕੋਈ ਇੱਧਰ ਨੂੰ ਮੂਵ ਕਰਦਾ, ਕੋਈ ਇੱਧਰ ਨੂੰ ਮੂਵ ਕਰਦਾ। ਤੇ ਵੈਲੋਸਿਟੀ ਇੱਕ ਵੈਕਟਰ ਕੁਆਂਟਿਟੀ ਆ, ਉਹਦੇ ਨਾਲ ਸਾਨੂੰ ਡਾਇਰੈਕਸ਼ਨ ਦੱਸਣੀ ਪੈਣੀ ਆ। ਮੈਂ ਇੱਥੇ ਸਪੀਡ ਵਰਡ ਯੂਜ਼ ਕਰ ਰਿਹਾ ਵਾਂ, ਸਪੀਡ ਕਿਉਂਕਿ ਸਕੇਲਰ ਆ। ਹੁਣ ਦੇਖੋ, ਇਹਦੇ ਵਿੱਚ ਜਿਹੜੇ ਇਲੈਕਟ੍ਰੋਨ ਫ੍ਰੀ ਹੋਏ ਆ ਨਾ, ਉਹਨਾਂ ਦਾ ਮੋਸ਼ਨ ਬਿਲਕੁਲ ਰੈਂਡਮ ਆ। ਉਹ ਕੀ ਕਰ ਸਕਦੇ ਆ? ਉਹ ਕੋਈ ਵੀ ਕਿਸੇ ਵੀ ਤਰੀਕੇ ਦਾ ਮੋਸ਼ਨ ਅੰਦਰ ਕਰ ਸਕਦੇ ਆ। ਹੁਣ ਜਿਵੇਂ ਆਪਾਂ ਕਹਿੰਦੇ ਆ ਕਿ ਸਾਡੇ ਕੋਲੋਂ ਕੀ ਆ? ਇੱਕ ਮੈਟਲ ਦਾ ਪੀਸ ਆ, ਤੇ ਆਪਾਂ ਕਹਿੰਦੇ ਆ ਕਿ ਮੈਟਲ ਦਾ ਪੀਸ ਕਿੱਥੇ ਆ? ਮੰਨ ਲਓ ਜੇ ਇਸੇ ਦੀ ਗੱਲ ਕਰੀਏ, ਇਹ ਮੈਟਲ ਦਾ ਪੀਸ ਆ ਰੂਮ ਟੈਂਪਰੇਚਰ 'ਤੇ, ਤੇ ਰੂਮ ਟੈਂਪਰੇਚਰ 'ਤੇ ਇਹਦੇ ਅੰਦਰ ਕੀ ਆ? ਇਲੈਕਟ੍ਰੋਨ ਫਲੋ ਕਰ ਰਹੇ ਆ। ਤੇ ਅਸੀਂ ਪੜ੍ਹਿਆ ਵਾ ਕਿ ਜਦੋਂ ਵੀ ਇਲੈਕਟ੍ਰੋਨ ਫਲੋ ਕਰਦੇ ਆ ਕਰੰਟ ਬਣਦਾ ਵਾ। ਤੇ ਪਰ ਇਹ ਮੈਟਲ ਦਾ ਪੀਸ ਸਾਨੂੰ ਕਰੰਟ ਨਹੀਂ ਮਾਰ ਰਿਹਾ ਜਾਂ ਸਾਨੂੰ ਕਰੰਟ ਸ਼ੋ ਨਹੀਂ ਕਰ ਰਿਹਾ। ਇਹਦਾ ਕਾਰਨ ਕੀ ਆ? ਇਹਦਾ ਕਾਰਨ ਵੀ ਅਸੀਂ ਇਸੇ ਕਲਾਸ ਦੇ ਵਿੱਚ ਪੜਾਂਗੇ ਕਿ ਇੱਕ ਰੂਮ ਟੈਂਪਰੇਚਰ 'ਤੇ ਪਿਆ ਹੋਇਆ ਕੋਈ ਵੀ ਜਿਹੜਾ ਕੰਡਕਟਰ ਵਾ, ਜਾਂ ਤੁਸੀਂ ਹੱਥ 'ਚ ਕੜਾ ਹੀ ਪਾਇਆ ਹੋਇਆ ਵਾ, ਉਹ ਵੀ ਮੈਟਲ ਦਾ ਵਾ, ਉਹਦੇ ਵਿੱਚ ਵੀ ਫ੍ਰੀ ਇਲੈਕਟ੍ਰੋਨ ਹੋਣਗੇ, ਕਿਉਂਕਿ ਜੇ ਉਹ ਰੂਮ ਟੈਂਪਰੇਚਰ ਦੇ ਉੱਪਰ ਆ ਤੇ ਉਹ ਫ੍ਰੀ ਇਲੈਕਟ੍ਰੋਨ ਮੂਵ ਵੀ ਕਰਦੇ ਹੋਣਗੇ। ਤੇ ਜੇ ਮੂਵ ਕਰਦੇ ਆ ਤਾਂ ਸਾਇੰਸ ਕਹਿੰਦੀ ਆ
करंट बनता वा ते पर सानू इस कड़े दे विचों करंट फील क्यों नहीं हुंदा पिया। आपां इस चीज़ नूं भी स्टडी करते हैं। पहलां आपां देख लैंदे आ कि इस मैटल दे अंदर ये इलैक्ट्रॉन मोशन किवें करदे आ। जिवें असीं एक वर्ड दे विच कहता कि ये मोशन रैंडम करदे आ। रैंडम दा मतलब की हो गया दिशाहीन। इन्हां दी कोई पर्टिकुलर दिशा नहीं आ, डायरैक्शन नहीं आ, ये जिधर नूं मर्जी जा सकदे आ। हुण देखो मान लो एक इलैक्ट्रॉन ए फ्री होया, इन्हें जाके की कीता, इनू सामने एक एटम मिलिया ते एटम दे इत्थे आउटरमोस्ट ते कौन सी बी सी ते सानू पता वा जेड़ा फ्री इलैक्ट्रॉन आ ना, जेड़ा फ्री इलैक्ट्रॉन आ उहदी एनर्जी ज़्यादा हुंदी आ किहदे नालों, वैलेंस बैंड वाले इलैक्ट्रॉन दे नालों। हुण देखो इहदे चों ए फ्री आ ते ए बाउंड आ, ये न्यूक्लियस दे दुआले घुम्मण डिया। एनर्जी किहदा ज़्यादा होनी, एनर्जी सानू पता वा फ्री दी ज़्यादा होनी आ। फ्री दी मान लो एनर्जी कितनी आ 100 आ ते ये जिहड़ा बाउंड वा। हुण देखो जिहड़ा न्यूक्लियस दे दुआले घुम्मण डिया वा वो ते गुलाम ही आ ना, ते जे गुलाम आ ते तुसीं केमिस्ट्री दे विच देखिया होएगा कि एवरी इलैक्ट्रॉन जां ईच इलैक्ट्रॉन जिहड़ा न्यूक्लियस दे दुआले घुमदा वा उहदी एनर्जी किहदे विच हुंदी आ, नैगेटिव दे विच हुंदी आ। ते नैगेटिव इलैक्ट्रॉन दी नैगेटिव एनर्जी सानू की शो करदी आ, इलैक्ट्रॉन दी नैगेटिव एनर्जी सानू शो करदी आ कि तुसीं सिर्फ ऑर्बिटल दे विच रह के, शैल दे विच रह के न्यूक्लियस दे आले दुआले ही घुमना वा। हुण देखो ये इलैक्ट्रॉन फ्री होया, इन्हें जाके की कीता, इन्हें जाके रैंडम मोशन आ, मान लो ये इधर नूं वधिया, इन्हें जाके बी नूं हिट कीता। ये की करूगा, इन्हें बी नूं इत्थों कढ़ देना ते आप इत्थे बैठ जाना। बी किधर चला गया, आप। हुण कोलिजन दे विच आपां एक निज़म पढ़िया वा, कोलिजन च असीं पढ़िया वा कि जेकर दो आइडेंटिकल पार्टिकल, जिहड़े दो आइडेंटिकल पार्टिकल मतलब इक्को जिक्के पार्टिकल, इक्को जिक्का मास, सब कुछ इक्को जिक्का, जो दो आइडेंटिकल पार्टिकल इलास्टिक कोलिजन दे विच टकराउंदे आ ते उन्हां दी एनर्जी की आ, एक्सचेंज हो जाती है। मेरे कहण दा मतलब आ ये कोलिजन की आ, इलास्टिक आ। ते बाद विच की होना वा, ए दी एनर्जी कितनी हो जानी आ, मान लो जिवें असीं कहा पहलां ए दी 100 वा ते बी दी कितनी आ 20। हुण बाद विच जदों कोलाइड हो गया, ए इत्थे जाके बैठ गया ते इत्थों उन्हें बी नूं बाहर कढ़ता। हुण ए दी एनर्जी कितनी हो जानी आ 20 ते बी दी कितनी हो जानी आ 100, क्योंकि इलास्टिक कोलिजन दा सानू निज़म कहंदा वा कि आइडेंटिकल पार्टिकल टकराउणगे ते की होएगा, एनर्जी एक्सचेंज हो जाएगी। हुण ये बी जाके किसी होर एटम नूं टकराएगा। इस तरीके नाल की करदे आ, ये एटम अंदर एक दूजे नूं टक्करां मारदे रहिंदे आ, कोलाइड करदे रहिंदे आ। हुण देखो ये जिस स्पीड दे नाल एक दूजे दे नाल टकराउंदे रहिंदे आ, असीं उहनूं पढ़ लिया थर्मल स्पीड। ते ये जिहड़ी थर्मल स्पीड आ ना, थर्मल स्पीड दा सानू जिहड़ा ऑर्डर वा वो देखो किन्ना वा। थर्मल स्पीड दा ऑर्डर आम तौर ते 10 दी पावर 4 जां 10 दी पावर 5 मीटर पर सैकेंड ऑर्डर मन्निया गया वा। मतलब मैं 10 दी पावर 4 जां 10 दी पावर 5 दो लफज तां करके लिखते हैं क्योंकि कई बुक्स दे विच 10 दी पावर 4 लिखिया हुंदा मीटर पर सैकेंड ते कई बुक्स दे विच 10 दी पावर 5 मीटर पर सैकेंड लिखिया हुंदा। 10 दी पावर 5 दा मतलब की है, 10 दी पावर 5 दा मतलब आ 1 ਲੱਖ मीटर पर सैकेंड इन्हां दी थर्मल, ये जिहड़ी थर्मल स्पीड आ ना ये बहुत ज़्यादा वा। मेरे कहण दा मतलब कि एक मैटल दे अंदर ये जिहड़े आ इलैक्ट्रॉन, जिहड़े फ्री इलैक्ट्रॉन है ये बहुत ज़्यादा स्पीड दे नाल मूव करते रहंदे आ कि इन्नी कि ज़्यादा स्पीड दे नाल कि असीं इहदा ऑर्डर कितना कहने आ 10 दी पावर 4 जां 10 दी पावर 5। हुण देखो जे इन्नी ज़्यादा स्पीड दे नाल अंदर मूव करते आ, मान लो मैं कहना वा कि इत्थे एक डी इलैक्ट्रॉन आ, ये इन्नी स्पीड दे नाल मूव कर रहा वा ते जे इनू अगे कोई टारगेट नहीं मिलिया, मान लो अगे कोई एटम नहीं सी, इस तरीके नाल इहदा ए दे अगे एटम सी एक, उन्हें बी वाला इलैक्ट्रॉन नूं फ्री करता। मान लो डी वाला जिहड़ा वा ये बिल्कुल उस कंडक्टर दे सरफेस ते आ ते इहदे अगे कोई एटम नहीं हैगा ते ये किस स्पीड दे नाल मूव कर रहा वा, थर्मल स्पीड दे नाल मूव कर रहा वा। हुण जदों कोई अगे मिलिया ही नहीं कि ये जिहड़ा इलैक्ट्रॉन आ डी वाला इलैक्ट्रॉन की ये सरफेस छड्ड के बाहर आ सकदा वा, कि असीं मन सकते हैं कि इन्नी स्पीड दे नाल मूव करते करते हुए कोई ना कोई इलैक्ट्रॉन जिहड़ा वा उस कंडक्टर दा जां उस मैटल दा सरफेस ही छड्ड जावे? तां नहीं, बिल्कुल नहीं। इत्थे मैं ये शब्द कहांगा कि ये जिहड़े इलैक्ट्रॉन आ कंडक्टर दे विच जां मैटल दे विच ये अजे सरफेस नहीं छड्डणगे, पर मैं रूल बना के भी नहीं कहंदा
कि ये सरफेस छੱਡ ही नहीं सकते, क्योंकि असी कैमिस्ट्री च फोटो इलैक्ट्रिक इफैक्ट पढ़िया वा। असी पढ़िया वा कि जो फोटो सेंसिटिव मैटल प्लेट के उपर जो लाइट पैंदी आ तो वो जिहड़े इलैक्ट्रॉन आ वो की आ सरफेस छੱਡ दिंदे आ। पर अजे असी इत्थे कंसीडर नहीं करना, अजे असी कंसीडर इहो करना वा कि मैटल दे विचों इलैक्ट्रॉन जिहड़े आ वो बाहर नहीं आउणगे। हुण देखो एक मिनट आपां मन भी लईए कि साडे कोलों की आ एक मैटल आ ते इत्थे बाउंडरी ते एक इलैक्ट्रॉन पहुँच गया ते ओदी स्पीड कितनी आ, ओदी स्पीड थर्मल स्पीड आ ते ओ थर्मल स्पीड दे नाल की बाहर आ सकदा वा ते आपां ओदा कारण जानन दी कोशिश करदे हां। हुण देखो जदों इलैक्ट्रॉन इहदे अंदर फ्री होए आ, रहे ते अंदर ही आ ना, ते इस मैटल दे उपर चार्ज कितना वा, इस मैटल दे उपर चार्ज 0 वा। बेशक वो फ्री होए आ पर हैगे ते अंदर ही आ ना, बाहर नहीं ना छड्ड के आए। हुण मैटल दे अंदर की आ चार्ज 0, ते जे आपां ये मन्नीए कि इहदे विचों एक इलैक्ट्रॉन बाहर आउण दी कोशिश कर रहा वा, ते जे एक इलैक्ट्रॉन बाहर आउण दी कोशिश करेगा, ते जे एक इलैक्ट्रॉन बाहर आउण दी कोशिश करेगा ते पूरी मैटल दे उपर कितना चार्ज डिवेलप हो जाना, पॉजिटिव ई, ते बाहर कितना वा नैगेटिव ई। हुण जदों इस मैटल दे उपर पॉजिटिव चार्ज डिवेलप हो गया ते बाहर इलैक्ट्रॉन ते नैगेटिव चार्ज आ, ते उस वेले की हो जाना, कूलम फोर्स डिवेलप हो जानी आ। सानू पता उस वेले कूलम फोर्स डिवेलप हो जाएगी, ते कूलम फोर्स का फार्मूला की आ Q1 Q2 अपॉन 4 पाई एप्सिलॉन 0 R स्केयर। अजे इलैक्ट्रॉन यदि दहलीज नूं छड्ड के बिल्कुल थोड़ा जिहा दूर ही जाएगा तो कूलम फोर्स की करेगी, उन्होंने पिछे खिंच लेगी। सो ये जिहड़ा इलैक्ट्रॉन आ ये कूलम फोर्स के प्रभाव हेठ भी इलैक्ट्रॉन नूं छड्ड नहीं सकेगा। पर हाँ जेकर ये इलैक्ट्रॉन इस सरफेस तो मान लो ये मैटल आ, इस मैटल की बाउंडरी ते पहुँच गया थर्मल स्पीड के नाल मूव करदा करदा, ते हुण इस मैटल के सरफेस नूं छड्डण लगा। जदों ही छड्डण लगा ते इस इलैक्ट्रॉन ते नैगेटिव चार्ज, ते पिछली जिहड़ी मैटल आ उहदे ते कितना चार्ज, उहदे ते पॉजिटिव चार्ज, कूलम फोर्स डिवेलप हो जाएगी। ते कूलम फोर्स किहड़ी डिवेलप होनी आ, अट्रैक्टिव, ते उस वेले ये इलैक्ट्रॉन जिहड़ा पिछे आ जाना वा ते ओवरऑल जिहड़ा वा इलैक्ट्रॉन ने बाहर नहीं निकल पाउणा। पर जेकर आपां ये गल कहीए कि की ये इलैक्ट्रॉन हमेशा लई बाहर नहीं निकल पाएगा, तो मैं ये गल पहलां भी कही आ कि किसी भी मैटल दे विचों इलैक्ट्रॉन सरफेस छड्ड सकदे आ। पर जिहड़ा चैप्टर असी सैकेंड पढ़ रहे हैं उहदे विच असी अजे ये चीज़ कंसीडर नहीं कर रहे। छड्ड कदों सकदे आ, जदों असी कहने आ फोटो इलैक्ट्रिक इफैक्ट दे विच कि साडे कोलों एक फोटो सेंसिटिव मैटल आ, फोटो सेंसिटिव मैटल दे उपर लाइट पई ते जदों लाइट पैंदी आ ते ओह की आ, इलैक्ट्रॉन बाहर आ जांदे आ। ते जे मैं इत्थे कवां, इत्थे मैं फिर इदां कवां कि ये इलैक्ट्रॉन तां भज सकदा सी जेकर ये कूलम फोर्स नूं डोमीनेट कर लैंदा, कूलम फोर्स नूं कंट्रोल कर लैंदा, मतलब उहदी परवाह ही ना करदा ते आप निकल जांदा। इत्थे मैं ये कवांगा। हुण देखो आपां देखिया कि मैटल दे विच जिहड़े आ ਉਹ फ्री इलैक्ट्रॉन किवें मूव करते हैं। वैसे तो ये बहुत ही वाइड विशा वा किवें मूव करते हैं, ये बारे वक्रियां वक्रियां धारनावां वा, पर मैं ये सब तो सौखी जी गल कीती आ कि मैटल दे अंदर जिहड़े थर्मल एनर्जी लैके इलैक्ट्रॉन फ्री हो जाते हैं तो वो रैंडमली मूव करते हैं तो एक दूजे नूं की करते हैं, वो एक दूजे दे नाल कोलाइड करते रहंदे आ। तो सानू कई वारी की लगता वा कि ये इलैक्ट्रॉन रिफ्लैक्ट हो रहे हैं। रिफ्लैक्ट किवें हो रहे हैं, जिवें मान लो मैं कहा कि ए वाला इत्थों निकलिया, ये जाके अगे बी ते टकराया, बी वाले एटम नाल टकराया, फिर बी वाला सी ते टकराया, सी ते डी ते टकराया। तो सानू की लगता वा, सानू लगता वा कि ए वाला इलैक्ट्रॉन जिहड़ा वा बी ते टकरा के सी वाल आ गया तो डी वाल आ गया। तो असल च होया की आ कि ए वाला जाके इत्थे बैठ गया तो इत्थों बी वाला फ्री करता, बी वाले ने अगे जाके सी वाले की जगह मान ली, तो सी वाले ने अगे जाके डी वाली जगह मान ली। पर हुण इलैक्ट्रॉन तो सेम आ, ए वाला भी उदां दा, बी वाला भी उदां दा, सी वाला भी उदां दा, डी वाला भी उदां दा, मतलब सारे इलैक्ट्रॉन मास भी इक्को जिक्का, चार्ज भी इक्को जिक्का, तो शक्ल सिमिट्री सारी सेम आ, आइडेंटिकल आ। तो सानू इदां लगदा वा कि ए वाला इत्थों तुरिया, इत्थे जाके इन्हें बी ना हिट किया तो ए वाला ही इधर आ गया, फिर ए वाला ही इधर आ गया। तो इत्थे सानू की लगदी आ, इत्थे सानू लगदी आ रिफ्लैक्शन, कि ये इलैक्ट्रॉन की आ रिफ्लैक्ट हो रहा, पहला इधर जा रहा, इधर जा रहा, इधर जा रहा। वैसे ये कोई बहुता वड्डा विषय नहीं हैगा, चाहे असीं इहनूं रिफ्लैक्शन समझिए
ਤੇ ਚਾਹੇ ਅਸੀਂ ਇਹਨੂੰ ਕਹੀਏ ਕਿ A ਵਾਲਾ B ਵਾਲੀ ਜਗ੍ਹਾ ਤੇ ਬਹਿ ਗਿਆ ਤੇ B ਵਾਲਾ ਜਾ ਕੇ C ਵਾਲੀ ਜਗ੍ਹਾ ਤੇ ਬਹਿ ਗਿਆ, ਇਹ ਸਾਰੀਆਂ ਗੱਲਾਂ ਸਾਡੇ ਇੱਕੋ ਚੀਜ਼ 'ਚ ਹੀ ਕਵਰ ਹੋ ਜਾਣੀਆਂ ਵਾ ਕਿ ਇਹਦੇ ਅੰਦਰ ਮੋਸ਼ਨ ਕੀ ਆ, ਰੈਂਡਮ ਆ। ਤੇ ਜਦੋਂ ਰੈਂਡਮ ਕਹਿਤਾ ਤੇ ਇਹ ਦਿਸ਼ਾਹੀਣ ਮੋਸ਼ਨ ਜਿਹੜਾ ਵਾ ਇਹ ਜਿੱਦਾਂ ਮਰਜ਼ੀ ਇਲੈਕਟ੍ਰੋਨ ਅੰਦਰ ਮੂਵ ਕਰਦੇ ਰਹਿੰਦੇ ਆ। ਹੁਣ ਇੱਕ ਗੱਲ ਦਾ ਫਰਕ ਜ਼ਰੂਰ ਯਾਦ ਰੱਖਣਾ, ਜਿਹੜੇ ਫ੍ਰੀ ਇਲੈਕਟ੍ਰੋਨ ਆ, ਫ੍ਰੀ ਇਲੈਕਟ੍ਰੋਨ ਕਿਵੇਂ ਦੇ ਫ੍ਰੀ ਆ, ਮਤਲਬ ਕਾਹਦੇ ਤੋਂ ਫ੍ਰੀ ਆ। ਫ੍ਰੀ ਇਲੈਕਟ੍ਰੋਨ ਕਾਹਦੇ ਤੋਂ ਫ੍ਰੀ ਆ, ਉਹਨਾਂ ਦੀ ਡਿਊਟੀ ਵੇਲੈਂਸ ਦੇ ਵਿੱਚ ਮੂਵ ਕਰਨ ਦੀ ਨਹੀਂ ਆ, ਉਹ ਵੈਲੈਂਸੀ ਦੇ ਵਿੱਚ ਸ਼ੈਲਸ ਦੇ ਵਿੱਚ ਮੂਵ ਕਰਨ ਤੋਂ ਫ੍ਰੀ ਹੋ ਗਏ ਆ। ਪਰ ਉਹ ਇੰਨੇ ਵੀ ਫ੍ਰੀ ਨਹੀਂ ਆ ਕਿ ਉਹ ਸਰਫੇਸ ਨੂੰ ਛੱਡ ਦੇਣ। ਸੋ ਮੇਰੇ ਕਹਿਣ ਦਾ ਮਤਲਬ ਆ, ਜਿਨ੍ਹਾਂ ਨੂੰ ਅਸੀਂ ਕਹਿੰਦੇ ਆ ਨਾ ਕਿ ਮੈਟਲ ਦੇ ਅੰਦਰ ਫ੍ਰੀ ਇਲੈਕਟ੍ਰੋਨ ਆ, ਉਹ ਫ੍ਰੀ ਇਲੈਕਟ੍ਰੋਨ ਕੀ ਆ, ਉਹ ਰਹਿਣੇ ਮੈਟਲ ਦੇ ਅੰਦਰ ਹੀ ਆ, ਪਰ ਉਹਨਾਂ ਦੀ ਡਿਊਟੀ ਵੈਲੈਂਸੀ ਵਾਲੀ ਨਹੀਂ ਆ, ਕਿਉਂਕਿ ਉਹਨਾਂ ਨੇ ਰੂਮ ਟੈਂਪਰੇਚਰ ਤੋਂ ਥਰਮਲ એનર્ਜੀ ਲੈ ਲਈ ਤੇ ਥਰਮਲ એનર્ਜੀ ਨਾਲ ਆਉਣ ਕਰਕੇ ਉਹਨਾਂ ਨੇ ਕੀ ਆ, ਹੁਣ ਦੇਖੋ ਜਦੋਂ એનર્ਜੀ ਆ ਜਾਏਗੀ ਉਹਨਾਂ ਨੇ ਨਿਊਕਲੀਅਸ ਤੋਂ ਖਹਿੜਾ ਛਡਾ ਲਿਆ, ਨਿਊਕਲੀਅਸ ਤੋਂ ਖਹਿੜਾ ਛਡਾ ਕੇ ਇੱਧਰ ਉੱਧਰ ਮੂਵ ਕਰਨ ਡੈ ਪਏ। ਤੇ ਕਦੇ ਕੀ ਕਰਦੇ ਆ, ਕਦੇ ਉਹ ਦੂਸਰੇ ਐਟਮ ਦੇ ਵੈਲੈਂਸੀ 'ਚ ਜਾ ਕੇ ਬਹਿ ਜਾਂਦੇ ਆ, ਉੱਥੋਂ ਨਵਾਂ ਫ੍ਰੀ ਕਰ ਦਿੰਦੇ ਆ, ਤੇ ਕਦੀ ਕਿਸੇ ਹੋਰ ਦੇ ਬਹਿ ਜਾਂਦੇ ਆ। ਇਸ ਤਰੀਕੇ ਨਾਲ ਇਹ ਸਾਰੇ ਇਲੈਕਟ੍ਰੋਨ ਜਿਹੜੇ ਆ ਥਰਮਲ ਸਪੀਡ ਦੇ ਨਾਲ ਮੂਵ ਕਰਦੇ ਰਹਿੰਦੇ ਆ। ਹੁਣ ਦੇਖੋ ਜੇਕਰ ਆਪਾਂ ਇਹ ਗੱਲ ਕਹੀਏ ਕਿ ਇਹ ਰੈਂਡਮ ਮੋਸ਼ਨ ਆ ਇੱਕ ਮੈਟਲ ਦੇ ਅੰਦਰ, ਤੇ ਇਹਨਾਂ ਦੇ ਉੱਤੇ ਜੇਕਰ ਆਪਾਂ ਇਲੈਕਟ੍ਰਿਕ ਫੀਲਡ ਲਾ ਦਈਏ, ਆਪਾਂ ਇਸ ਚੀਜ਼ ਨੂੰ ਸਮਝਦੇ ਹਾਂ। ਆਪਾਂ ਪਹਿਲਾਂ ਇਲੈਕਟ੍ਰਿਕ ਫੀਲਡ ਲਗਾ ਕੇ ਦੇਖਦੇ ਹਾਂ, ਇਹਨੂੰ ਮਿਟਾਉਂਦੇ ਹਾਂ। ਇੱਥੇ ਸਾਡੇ ਕੋਲੋਂ ਕੀ ਆ, ਇੱਕ ਮੈਟਲ ਆ, ਚਾਹੇ ਕੰਡਕਟਰ ਆ ਚਾਹੇ ਮੈਟਲ ਆ, ਅਸੀਂ ਇੱਦਾਂ ਕਹਿ ਦਿੰਦੇ ਹਾਂ। ਤੇ ਹੁਣ ਇਹਦੇ ਵਿੱਚ ਕੀ ਆ, ਇਲੈਕਟ੍ਰੋਨ ਫ੍ਰੀਲੀ ਮੂਵ ਕਰ ਰਹੇ ਆ, ਆਪਣੇ ਆਪ ਬਿਨਾਂ ਡਾਇਰੈਕਸ਼ਨ ਦੇ ਜਾਂ ਡਾਇਰੈਕਸ਼ਨਲੈਸ ਮੂਵ ਕਰ ਰਹੇ ਆ। ਮੰਨ ਲਓ ਇੱਕ ਇੱਧਰ ਨੂੰ ਕਰ ਰਿਹਾ, ਕੋਈ ਇੱਧਰ ਨੂੰ ਕਰ ਰਿਹਾ, ਕੋਈ ਇੱਧਰ ਨੂੰ ਕਰ ਰਿਹਾ, ਤੇ ਜਿੱਧਰ ਨੂੰ ਮਰਜ਼ੀ ਬਣਾ ਲਓ, ਕੋਈ ਇੱਧਰ ਨੂੰ ਕਰ ਰਿਹਾ। ਮੈਂ 4 ਬਣਾਏ ਆ, 1 2 3 ਤੇ 4। ਹੁਣ ਦੇਖੋ ਇਹ ਰੈਂਡਮਲੀ ਮੂਵ ਕਰਦੇ ਪਏ ਆ, ਤੇ ਮੈਂ ਇੱਥੇ ਕੀ ਕਰਤਾ, ਇੱਥੇ ਪੋਜ਼ਿਟਿਵ ਚਾਰਜ ਪਲੇਟ ਲਾਤੀ ਤੇ ਇੱਥੇ ਨੈਗੇਟਿਵ ਪਲੇਟ ਲਗਾਤੀ। ਜਾਂ ਮੈਂ ਇੱਦਾਂ ਕਹਿ ਲਾਂ, ਮੈਂ ਇਸ ਡਾਇਗਰਾਮ ਨੂੰ ਇੱਦਾਂ ਵੀ ਬਣਾ ਸਕਦਾ ਵਾਂ ਕਿ ਮੰਨ ਲਓ ਆਹ ਕੀ ਆ, ਮੇਰੇ ਕੋਲ ਇੱਕ ਕੰਡਕਟਰ ਵਾ, ਮੈਂ ਇੱਕ ਤਾਰ ਨੂੰ ਜ਼ੂਮ ਕੀਤਾ ਆ ਤੇ ਮੈਂ ਇਹਨੂੰ ਇਸ ਤਰੀਕੇ ਨਾਲ ਤਾਰ ਨਾਲ ਜੋੜਿਆ। ਹੁਣ ਇਹਦੇ ਵਿੱਚ ਕੀ ਆ, ਇਲੈਕਟ੍ਰੋਨ ਜਿਹੜੇ ਆ ਉਹ ਰੈਂਡਮਲੀ ਮੂਵ ਕਰ ਰਹੇ ਆ, ਕੋਈ ਇੱਧਰ ਨੂੰ ਜਾ ਰਿਹਾ, 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 ਰੈਂਡਮਲੀ ਮੂਵ ਕਰਦੇ ਆ। ਤੇ ਪਰ ਜਦੋਂ ਮੈਂ ਇਹਨੂੰ ਬੈਟਰੀ ਨਾਲ ਜੋੜ ਦਾਂਗਾ ਪੋਜ਼ਿਟਿਵ ਨੈਗੇਟਿਵ, ਤੇ ਹੁਣ ਕੀ ਆ, ਹੁਣ ਇਹ ਜਿਹੜੇ ਇਲੈਕਟ੍ਰੋਨ ਆ ਕੋਈ ਕਿਸੇ ਪਾਸੇ ਜਾ ਰਿਹਾ ਵਾ, ਉਹਨਾਂ ਸਾਰਿਆਂ ਨੇ ਕਿੱਧਰ ਅਟਰੈਕਟ ਹੋਣਾ ਵਾ, ਉਹਨਾਂ ਸਾਰਿਆਂ ਨੇ ਇਸ ਤਰੀਕੇ ਨਾਲ ਇੱਧਰ ਨੂੰ ਅਟਰੈਕਟ ਹੋਣਾ ਵਾ, ਪੋਜ਼ਿਟਿਵ ਵੱਲ ਅਟਰੈਕਟ ਹੋਣਾ, ਕਿਉਂਕਿ ਪੋਜ਼ਿਟਿਵ ਇਹਦੇ ਨਾਲ ਜੁੜਿਆ, ਪੋਜ਼ਿਟਿਵ ਇੱਥੇ ਇਫੈਕਟ ਦੇ ਰਿਹਾ, ਨੈਗੇਟਿਵ ਇੱਥੇ ਦੇ ਰਿਹਾ। ਪੋਜ਼ਿਟਿਵ ਨਾਲ ਹੋਣਾ, ਇੱਦਾਂ ਮੂਵ ਕਰਨਾ, ਚਾਹੇ ਮੈਂ ਇਹ ਡਾਇਗਰਾਮ ਬਣਾਵਾਂ ਚਾਹੇ ਮੈਂ ਇਹ ਡਾਇਗਰਾਮ ਬਣਾਵਾਂ। ਹੁਣ ਮੈਂ ਇਹ ਕਹਿ ਸਕਦਾ ਵਾਂ ਕਿ ਪਹਿਲਾਂ ਕੀ ਸੀ, ਇਹ ਰੈਂਡਮ ਮੋਸ਼ਨ ਕਰਦੇ ਪਏ ਸੀ ਕਿਸੇ ਥਰਮਲ ਸਪੀਡ ਦੇ ਨਾਲ, ਪਰ ਜਦੋਂ ਮੈਂ ਫੀਲਡ ਲਗਾਇਆ, ਇਹ ਵੀ ਫੀਲਡ ਹੀ ਆ, ਪੋਜ਼ਿਟਿਵ ਨੈਗੇਟਿਵ ਬੈਟਰੀ ਦਾ ਲਗਾਉਣਾ, ਇਹ ਵੀ ਕੀ ਆ, ਕੰਡਕਟਰ ਤੇ ਫੀਲਡ ਹੀ ਆ। ਹੁਣ ਦੇਖੋ ਆ ਜਿਹੜਾ ਕੰਡਕਟਰ ਮੈਂ ਇੱਥੋਂ ਚੌੜਾ ਬਣਾਇਆ ਹੋਇਆ ਨਾ, ਤੁਸੀਂ ਸਮਝੋ ਵੀ ਇਹ ਇਹੋ ਹੀ ਤਾਰ ਵਾ, ਮੈਂ ਇੱਥੋਂ ਜ਼ੂਮ ਕਰ ਲਈ ਆ, ਮਤਲਬ ਤੁਹਾਨੂੰ ਅੰਦਰਲਾ ਸੀਨ ਵਿਖਾਲਣ ਵਾਸਤੇ ਜ਼ੂਮ ਕਰ ਲਈ ਹੋਈ ਆ। ਤੇ ਮੈਂ ਬੈਟਰੀ ਲਗਾਈ, ਜਿਹੜੇ ਪਹਿਲਾਂ ਜਿੱਧਰ ਨੂੰ ਮਰਜ਼ੀ ਜਾ ਰਹੇ ਸੀ ਉਹ ਸਾਰੇ ਪੋਜ਼ਿਟਿਵ ਟਰਮੀਨਲ ਵੱਲ ਫਲੋ ਕਰਨ ਡੈ ਪਏ। ਤੇ ਹੁਣ ਜੇ ਆਪਾਂ ਇਸ ਡਾਇਗਰਾਮ ਤੋਂ ਸਮਝੀਏ, ਇਸ ਡਾਇਗਰਾਮ ਦੇ ਵਿੱਚ ਕੀ ਆ ਕਿ ਇਹ ਵਾਲਾ ਇਲੈਕਟ੍ਰੋਨ ਇੱਧਰ ਨੂੰ ਜਾ ਰਿਹਾ ਸੀ, ਮੰਨ ਲਓ ਇਹਨੇ ਇੱਥੋਂ ਤੱਕ ਜਾਣਾ ਸੀ, ਪਰ ਪਿੱਛੋਂ ਖਿੱਚ ਪਏਗੀ ਪੋਜ਼ਿਟਿਵ ਦੀ, ਇਹ ਥੋੜਾ ਜਾ ਪਾਏਗਾ। ਇਹ ਕੀ ਆ, ਇਹਨੇ ਇੱਧਰ ਨੂੰ ਜਾਣਾ ਸੀ, ਇਹਨੂੰ ਥੋੜੀ ਜੀ ਖਿੱਚ ਇੱਧਰ ਨੂੰ ਪਏਗੀ ਪੋਜ਼ਿਟਿਵ ਟਰਮੀਨਲ ਵੱਲ, ਇਹਦਾ ਪਾਥ ਆ ਸੀ, ਪਰ ਇਹ ਜਾਏਗਾ ਕਿੱਧਰ ਨੂੰ, ਇੱਧਰ ਨੂੰ ਜਾਏਗਾ ਪੋਜ਼ਿਟਿਵ ਦੇ ਪ੍ਰਭਾਵ ਹੇਠ ਕਰਕੇ। ਇਹ ਵਾਲਾ ਕੀ ਕਰੇਗਾ, ਇਹ ਥੋੜਾ ਜਿਹਾ ਹੋਰ ਅੱਗੇ ਆ ਜਾਏਗਾ, ਕਿਉਂਕਿ ਇੱਧਰੋਂ ਫੋਰਸ ਲੱਗ ਰਹੀ ਆ, ਇਹਨੇ ਜੇ ਇੱਥੋਂ ਤੱਕ ਆਉਣਾ ਸੀ, ਤੇ ਇਹ ਵਾਲਾ ਇੱਧਰ ਨੂੰ ਜਾ ਰਿਹਾ ਸੀ, ਮੰਨ ਲਓ O ਤੇ A ਵੱਲ ਨੂੰ। ਹੁਣ ਜਦੋਂ ਇੱਧਰੋਂ ਪੋਜ਼ਿਟਿਵ ਟਰਮੀਨਲ ਵੱਲ ਵਾ ਤੇ ਇਹਨੇ ਇੱਧਰ ਨੂੰ ਖਿੱਚਿਆ ਆ ਜਾਣਾ, ਮਤਲਬ ਇਹਨੇ ਹੁਣ ਕਿੱਧਰ ਨੂੰ ਆ ਜਾਣਾ, O ਤੇ B ਵੱਲ ਨੂੰ ਆ ਜਾਣਾ। ਇਸੇ ਤਰੀਕੇ ਨਾਲ ਸਾਰੇ ਇਲੈਕਟ੍ਰੋਨ ਜਿਹੜੇ ਆ ਉਹ ਪੋਜ਼ਿਟਿਵ ਪਲੇਟ ਵੱਲ ਕੀ ਹੋ ਜਾਣੇ ਆ, ਡਰਿਫਟ ਹੋ ਜਾਣੇ ਆ। ਹੁਣ ਦੇਖੋ ਸਾਰੇ ਇਲੈਕਟ੍ਰੋਨ ਜਿਹੜੇ ਰੈਂਡਮ ਮੋਸ਼ਨ 'ਚ ਸੀ
ਉਹਨਾਂ ਦੇ ਵਿੱਚ ਇੱਕ ਚੀਜ਼ ਕਾਮਨ ਆ। ਉਹ ਚੀਜ਼ ਕਿਹੜੀ ਕਾਮਨ ਆ? ਉਹ ਚੀਜ਼ ਕਾਮਨ ਆ ਕਿ ਸਾਰੇ ਦੇ ਸਾਰੇ ਇਲੈਕਟ੍ਰੋਨ ਜਿਹੜੇ ਆ ਪੋਜ਼ਿਟਿਵ ਦੇ ਵੱਲ ਆਪਣਾ ਝੁਕਾਅ ਕਰ ਗਏ, ਪੋਜ਼ਿਟਿਵ ਦੇ ਵੱਲ ਮੁੜ ਗਏ। ਤੇ ਥੋੜੇ ਸਮੇਂ ਬਾਅਦ ਜਿਹੜਾ ਇਲੈਕਟ੍ਰੋਨ ਇੱਧਰ ਨੂੰ ਜਾ ਰਿਹਾ ਸੀ, ਪੋਜ਼ਿਟਿਵ ਦੇ ਪ੍ਰਭਾਵ ਹੇਠ ਕਰਕੇ ਇੱਧਰ ਨੂੰ ਆਇਆ ਤੇ ਅਲਟੀਮੇਟਲੀ ਇੱਧਰ ਨੂੰ ਗਿਆ। ਮਤਲਬ ਜਿਵੇਂ ਮੈਂ ਉੱਪਰ ਕਿਹਾ O ਤੋਂ A ਵੱਲ ਜਾ ਰਿਹਾ ਸੀ, ਜਦੋਂ ਪੋਜ਼ਿਟਿਵ ਪਲੇਟ ਆਈ ਤੇ ਉਹਨੇ ਕਿੱਧਰ ਨੂੰ ਗਿਆ? ਉਹ O ਤੋਂ B ਵੱਲ ਗਿਆ। ਹੁਣ ਇੱਕਦਮ ਤੇ ਉਹਨੇ ਮੁੜ ਨਹੀਂ ਜਾਣਾ। ਜੇ ਉਹ ਇੱਧਰ ਨੂੰ ਜਾਣ ਡਿਆ ਤੇ ਇੱਕਦਮ ਇੱਧਰ ਨੂੰ ਨਹੀਂ ਮੁੜ ਜਾਣਾ, ਉਹ ਇੱਧਰ ਨੂੰ ਜਾ ਰਿਹਾ ਵਾ ਇਸ ਡਾਇਰੈਕਸ਼ਨ ਦੇ ਵਿੱਚ। ਤੇ ਇੱਧਰੋਂ ਫੋਰਸ ਆਈ, ਇੱਧਰੋਂ ਫੋਰਸ ਆਈ ਤੇ ਉਹ ਕਿੱਧਰ ਨੂੰ ਆਇਆ? ਉਹ ਇੱਧਰ ਨੂੰ ਆ ਗਿਆ। ਤੇ ਕੁਝ ਸਮੇਂ ਬਾਅਦ ਕੀ ਹੋਣਾ? ਕੁਝ ਸਮੇਂ ਬਾਅਦ ਇਸੇ ਕੰਡਕਟਰ ਦੇ ਵਿੱਚ ਇਹ ਸੀਨ ਹੋ ਜਾਣਾ ਕਿ ਸਾਰੇ ਦੇ ਸਾਰੇ ਇਲੈਕਟ੍ਰੋਨ ਇੱਧਰ ਨੂੰ ਮੂਵ ਕਰਨ ਡੈ ਪੈਣੇ ਪੋਜ਼ਿਟਿਵ ਦੇ ਪ੍ਰਭਾਵ ਹੇਠ। ਪਹਿਲਾਂ ਕੀ ਸੀ? ਰੈਂਡਮ ਮੋਸ਼ਨ ਸੀ। ਜਦੋਂ ਫੀਲਡ ਲਗਾਇਆ ਤੇ ਸਾਰੇ ਇਲੈਕਟ੍ਰੋਨ ਡ੍ਰਿਫਟ ਹੋ ਗਏ, ਕਿਉਂਕਿ ਸਾਰੇ ਇਲੈਕਟ੍ਰੋਨ ਡ੍ਰਿਫਟ ਹੋਣੇ ਆ, ਕਿਉਂਕਿ ਸਾਰਿਆਂ ਦੇ ਉੱਪਰ ਨੈਗੇਟਿਵ ਚਾਰਜ ਆ, ਸਾਰਿਆਂ ਦਾ ਸੇਮ ਮਾਸ ਆ ਤੇ ਸਾਰਿਆਂ ਨੂੰ ਸੇਮ ਇਲੈਕਟ੍ਰਿਕ ਫੀਲਡ ਲੱਗਦਾ ਪਿਆ। ਤੇ ਜੇ ਸਾਰਿਆਂ ਨੂੰ ਸੇਮ ਇਹੀ ਪੋਜ਼ਿਟਿਵ ਨੈਗੇਟਿਵ ਦਾ ਇਲੈਕਟ੍ਰਿਕ ਫੀਲਡ ਲੱਗਦਾ ਪਿਆ ਤੇ ਫੋਰਸ ਦਾ ਫਾਰਮੂਲਾ ਕੀ ਆ? QE। ਇਲੈਕਟ੍ਰਿਕ ਫੀਲਡ ਸੇਮ ਆ, ਚਾਰਜ ਔਨ ਇਲੈਕਟ੍ਰੋਨ ਸੇਮ ਆ, ਇਹਦਾ ਮਤਲਬ ਫੋਰਸ ਵੀ ਸਾਰਿਆਂ ਤੇ ਸੇਮ ਆ, ਸਾਰਿਆਂ ਤੇ ਸੇਮ ਫੋਰਸ ਲੱਗੇਗੀ। ਤੇ ਸਾਰਿਆਂ ਤੇ ਸੇਮ ਫੋਰਸ ਲੱਗਣਗੇ ਤੇ ਇਹ ਸਾਰੇ ਇਲੈਕਟ੍ਰੋਨ ਜਿਹੜੇ ਆ ਇਹ ਸਟਾਰਟ ਡ੍ਰਿਫਟਿੰਗ ਟੂਵਰਡਸ ਦਾ ਪੋਜ਼ਿਟਿਵ ਪਲੇਟ, ਇਹ ਪੋਜ਼ਿਟਿਵ ਪਲੇਟ ਵੱਲ ਡ੍ਰਿਫਟ ਹੋਣਗੇ। ਤੇ ਇਹਦੀ ਕੁਝ ਸਮੇਂ ਬਾਅਦ ਜਿਸ ਵੈਲੋਸਿਟੀ ਦੇ ਨਾਲ ਇਹ ਪੋਜ਼ਿਟਿਵ ਪਲੇਟ ਵੱਲ ਆਉਣਗੇ ਉਸ ਵੈਲੋਸਿਟੀ ਨੂੰ ਆਪਾਂ ਕੀ ਕਹਿੰਦੇ ਆ? ਆਪਾਂ ਡ੍ਰਿਫਟ ਵੈਲੋਸਿਟੀ ਕਹਿੰਦੇ ਆ। ਹੁਣ ਡ੍ਰਿਫਟ ਵੈਲੋਸਿਟੀ ਕੀ ਹੋ ਗਈ? ਜਦੋਂ ਤੁਸੀਂ ਫੀਲਡ ਲਗਾਇਆ, ਜਿਵੇਂ ਇੱਥੇ ਵੀ ਅਸੀਂ ਸਮਝੀਏ ਫੀਲਡ ਤੋਂ ਪਹਿਲਾਂ ਇਹਨਾਂ ਕੋਲੋਂ ਥਰਮਲ ਸਪੀਡ ਸੀ। ਜਦੋਂ ਅਸੀਂ ਫੀਲਡ ਲਗਾਇਆ ਇਹ ਸਾਰੇ ਕੀ ਆ? ਪੋਜ਼ਿਟਿਵ ਟਰਮੀਨਲ ਦੇ ਪ੍ਰਭਾਵ ਹੇਠ ਪੋਜ਼ਿਟਿਵ ਵੱਲ ਮੂਵ ਕਰਨਾ ਸਟਾਰਟ ਕਰਦੇ ਆ। ਤੇ ਜਿਸ ਸਪੀਡ ਦੇ ਨਾਲ ਇਹ ਡ੍ਰਿਫਟ ਹੁੰਦੇ ਆ, ਜਿਸ ਸਪੀਡ ਦੇ ਨਾਲ ਇਹ ਜਿਹੜੇ ਪੋਜ਼ਿਟਿਵ ਵੱਲ ਮੂਵ ਕਰਦੇ ਆ ਉਸ ਸਪੀਡ ਨੂੰ ਅਸੀਂ ਕੀ ਕਹਿ ਰਹੇ ਹਾਂ? ਡ੍ਰਿਫਟ ਸਪੀਡ ਕਹਿ ਰਹੇ ਹਾਂ। ਮੈਂ ਬਹੁਤ ਸਿੰਪਲ ਜੀ ਤੁਹਾਨੂੰ ਇਹ ਡੈਫੀਨੇਸ਼ਨ ਦਿੱਤੀ ਆ ਕਿ ਡ੍ਰਿਫਟ ਸਪੀਡ ਕੀ ਆ? ਕਿ ਜਿਸ ਸਪੀਡ ਦੇ ਨਾਲ ਇਲੈਕਟ੍ਰੋਨ ਸਟਾਰਟ ਡ੍ਰਿਫਟਿੰਗ ਟੂਵਰਡਸ ਦਾ ਪੋਜ਼ਿਟਿਵ ਪਲੇਟ, ਦੈਟ ਸਪੀਡ ਇਜ਼ ਨੋਨ ਐਜ਼ ਡ੍ਰਿਫਟ ਸਪੀਡ। ਇਹ ਸਾਡੀ ਕੀ ਆ? ਡ੍ਰਿਫਟ ਸਪੀਡ ਆ। ਹੁਣ ਦੇਖੋ, ਜੇ ਇਹ ਡ੍ਰਿਫਟ ਵੈਲੋਸਿਟੀ ਆ ਮਤਲਬ ਇਲੈਕਟ੍ਰੋਨ ਜਿਹੜੇ ਆ ਕੁਝ ਸਮੇਂ ਬਾਅਦ ਇੱਦਾਂ ਹੋ ਜਾਣੇ ਆ ਜਾਂ ਇਸ ਤਰੀਕੇ ਨਾਲ ਹੋ ਜਾਣੇ ਆ। ਤੇ ਸਾਨੂੰ ਪਤਾ ਵਾ ਕਿ ਇਹਦੇ ਉੱਤੇ ਸਾਰੇ ਇਲੈਕਟ੍ਰੋਨਾਂ ਦੇ ਉੱਪਰ ਕਿਹੜੀ ਫੋਰਸ ਲੱਗਣੀ ਆ? ਫੋਰਸ ਦਾ ਫਾਰਮੂਲਾ ਇਲੈਕਟ੍ਰਿਕ ਫੀਲਡ 'ਚ ਕੀ ਆ? F = QE। ਪਰ ਇਲੈਕਟ੍ਰੋਨ ਤੇ ਚਾਰਜ ਕਿੰਨਾ ਵਾ? Q ਆਪਾਂ ਕਹਿੰਦੇ ਆ ਚਾਰਜ, ਤੇ ਇਲੈਕਟ੍ਰੋਨ ਤੇ ਚਾਰਜ ਮਾਈਨਸ ਆ, ਆਪਾਂ -E। ਇੱਥੇ ਕੈਪੀਟਲ E ਕੀ ਆ? ਸਟਰੈਂਥ ਆਫ ਇਲੈਕਟ੍ਰਿਕ ਫੀਲਡ। ਇਹ ਜਿਹੜਾ ਇਲੈਕਟ੍ਰਿਕ ਫੀਲਡ ਲੱਗਾ ਹੋਇਆ ਵਾ ਇਹਦੀ ਸਟਰੈਂਥ ਆ। ਸਾਡੇ ਕੋਲ ਇਹ ਫਾਰਮੂਲਾ ਬਣਿਆ। ਇਲੈਕਟ੍ਰੋਸਟੈਟਿਕ ਦੇ ਵਿੱਚ ਫੋਰਸ ਦਾ ਫਾਰਮੂਲਾ ਇੱਕ ਅਸੀਂ ਇਹ ਵੀ ਪੜਿਆ ਹੋਇਆ ਇਲੈਕਟ੍ਰਿਕ ਫੀਲਡ ਦੇ ਨਾਲ। ਪਰ ਜੇਕਰ ਅਸੀਂ ਗੱਲ ਕਰੀਏ ਮਕੈਨਿਕਸ ਦੀ, ਤੇ ਮਕੈਨਿਕਸ ਦੇ ਵਿੱਚ ਅਸੀਂ ਪੜਿਆ ਹੋਇਆ F = ma। m ਕੀ ਆ? ਮਾਸ ਆਫ ਇਲੈਕਟ੍ਰੋਨ ਆ। a ਐਕਸਲਰੇਸ਼ਨ ਆ। ਹੁਣ ਦੇਖੋ ਇਲੈਕਟ੍ਰੋਸਟੈਟਿਕ ਦੇ ਵਿੱਚ ਆਪਾਂ ਫੋਰਸ ਨੂੰ ਇਸ ਫਾਰਮੂਲੇ ਨਾਲ ਡਿਫਾਈਨ ਕਰ ਰਹੇ ਹਾਂ, ਮਕੈਨਿਕਸ ਦੇ ਵਿੱਚ ਆਪਾਂ ਇਸ ਫਾਰਮੂਲੇ ਨਾਲ ਡਿਫਾਈਨ ਕਰ ਰਹੇ ਹਾਂ। ਆਪਾਂ ਇੱਕੋ ਫੋਰਸ ਦੇ ਉੱਪਰ ਦੋ ਚਸ਼ਮੇ ਲਾਏ ਹੋਏ ਆ। ਇੱਕ ਚਸ਼ਮਾ ਆਪਾਂ ਲਾਇਆ ਹੋਇਆ ਵਾ ਇਲੈਕਟ੍ਰੋਸਟੈਟਿਕ ਦਾ, ਤੇ ਦੂਸਰਾ ਚਸ਼ਮਾ ਕਿਹੜਾ ਲਾਇਆ ਹੋਇਆ ਵਾ? ਦੂਸਰਾ ਚਸ਼ਮਾ ਆਪਾਂ ਲਾਇਆ ਹੋਇਆ ਮਕੈਨਿਕਸ ਦਾ। ਸੋ ਇੱਕ ਇਲੈਕਟ੍ਰਿਸਿਟੀ ਦਾ ਵਾ ਤੇ ਦੂਜਾ ਮਕੈਨਿਕਸ ਦਾ ਵਾ। ਹੁਣ ਦੇਖੋ ਇਹ ਦੋਨੋਂ ਇੱਕੋ ਫੋਰਸ ਵਾ, ਵੱਖ-ਵੱਖ ਨਜ਼ਰੀਏ ਨਾਲ ਦੇਖੀ ਜਾ ਰਹੀ ਆ। ਫਿਰ ਇਹਦਾ ਮਤਲਬ ਇਹਨਾਂ ਨੂੰ ਆਪਾਂ ਇਕੁਏਟ ਕਰ ਸਕਦੇ ਹਾਂ ma - E ਤੇ ਕੈਪੀਟਲ E। ਤੇ ਐਕਸਲਰੇਸ਼ਨ ਸਾਡੇ ਕੋਲੋਂ ਕਿੰਨੀ ਆ ਗਈ? -E/m। ਮਤਲਬ ਇਸ ਐਕਸਲਰੇਸ਼ਨ ਦੇ ਨਾਲ ਇਹ ਵਾਲੇ ਇਲੈਕਟ੍ਰੋਨ ਜਿਹੜੇ ਆ ਉਹ ਪੋਜ਼ਿਟਿਵ ਪਲੇਟ ਵੱਲ ਮੂਵ ਕਰਦੇ ਆ। ਹੁਣ ਦੇਖੋ ਇਹ ਐਕਸਲਰੇਸ਼ਨ ਕੌਨਸਟੈਂਟ ਆ, ਮਾਸ ਆਫ ਇਲੈਕਟ੍ਰੋਨ ਕੌਨਸਟੈਂਟ ਚੀਜ਼ ਆ, ਚਾਰਜ ਔਨ ਇਲੈਕਟ੍ਰੋਨ ਕੌਨਸਟੈਂਟ ਚੀਜ਼ ਆ, ਤੇ ਇਲੈਕਟ੍ਰਿਕ ਫੀਲਡ ਜਿਹੜਾ ਇੱਕ ਵਾਰੀ ਅਸੀਂ ਲਗਾਵਾਂਗੇ ਉਹ ਕੌਨਸਟੈਂਟ ਚੀਜ਼ ਆ। ਜੇ ਇਲੈਕਟ੍ਰਿਕ ਫੀਲਡ ਕੌਨਸਟੈਂਟ ਆ ਜਿਹੜਾ ਅਸੀਂ ਬਾਹਰ ਲਗਾਇਆ ਵਾ, ਤੇ ਫਿਰ ਇਹਦਾ ਮਤਲਬ ਐਕਸਲਰੇਸ਼ਨ ਅਸੀਂ ਡਿਕਲੇਅਰ ਕਰ ਸਕਦੇ ਹਾਂ ਕਿ ਐਕਸਲਰੇਸ਼ਨ ਕੀ ਆ? ਇੱਕ ਕੌਨਸਟੈਂਟ ਕੁਆਂਟਿਟੀ ਆ। ਸਾਡੇ ਕੋਲੋਂ ਐਕਸਲਰੇਸ਼ਨ ਆਈ। ਹੁਣ ਇਹ ਅਸੀਂ ਐਕਸਲਰੇਸ਼ਨ ਕੱਢੀ। ਹੁਣ ਅਸੀਂ ਕਾਈਨੈਮੈਟਿਕਸ ਦੀ ਇਕੁਏਸ਼ਨ ਦੇਖਦੇ ਹਾਂ ਕਿ ਇਹ ਜਿਹੜੇ ਇਲੈਕਟ੍ਰੋਨ ਅੰਦਰ ਮੂਵ ਕਰਨ ਦੇ ਆ ਇਹਨਾਂ ਦੀਆਂ ਕਾਈਨੈਮੈਟਿਕਸ ਇਕੁਏਸ਼ਨਸ ਕਿਵੇਂ ਬਣਨਗੀਆਂ। ਇੱਥੇ ਤੁਸੀਂ ਇਹ ਲਿਖ ਕੇ ਰੱਖੋ, ਮੈਂ ਬਾਕੀ ਮਿਟਾ ਦੇਣ ਲੱਗਾ ਕਿ ਸਾਡੇ ਕੋਲੋਂ ਐਕਸਲਰੇਸ਼ਨ ਕਿੰਨੀ ਆਈ ਆ। ਮੈਂ ਇੱਧਰ ਲਿਖ ਲੈਣਾ ਕਿ ਸਾਡੇ ਕੋਲੋਂ ਐਕਸਲਰੇਸ਼ਨ ਆਈ ਆ a = -E/m। ਹੁਣ ਦੇਖੋ
M ਮਾਸ ਆਫ ਇਲੈਕਟ੍ਰੋਨ, ਚਾਰਜ ਔਨ ਇਲੈਕਟ੍ਰੋਨ ਤੇ ਅਪਲਾਈਡ ਇਲੈਕਟ੍ਰਿਕ ਫੀਲਡ। ਤੇ ਜੇ ਤੁਹਾਨੂੰ ਯਾਦ ਹੋਵੇ ਕੈਮਿਸਟਰੀ ਦੇ ਵਿੱਚ E/M ਨੂੰ ਆਪਾਂ ਕੀ ਬੋਲਦੇ ਹਾਂ? E/M ਨੂੰ ਬੋਲਦੇ ਹਾਂ ਸਪੈਸੀਫਿਕ ਚਾਰਜ ਰੇਸ਼ੀਓ। ਇਹ ਜਿਹੜੀ ਸਪੈਸੀਫਿਕ ਚਾਰਜ ਰੇਸ਼ੀਓ ਆ ਇਹ ਜੇ ਥਾਮਸਨ ਨੇ ਕੈਲਕੂਲੇਟ ਕਰ ਲਈ ਸੀ, ਪਰ ਉਹਨੂੰ ਇਹ ਨਹੀਂ ਸੀ ਪਤਾ ਲੱਗਾ ਕਿ E ਕਿੰਨਾ ਵਾ ਤੇ M ਕਿੰਨਾ ਵਾ। ਉਹਨੂੰ E/M ਦੀ ਰੇਸ਼ੀਓ ਪਤਾ ਲੱਗ ਗਈ ਸੀ, ਪਰ ਨਾ ਤੇ ਉਹਨੂੰ E ਦਾ ਪਤਾ ਲੱਗਾ ਕਿ ਚਾਰਜ ਔਨ ਇਲੈਕਟ੍ਰੋਨ ਕਿੰਨਾ ਵਾ, ਤੇ ਨਾ ਉਹਨੂੰ ਮਾਸ ਆਫ ਇਲੈਕਟ੍ਰੋਨ ਦਾ ਪਤਾ ਲੱਗਾ। ਇਹ ਕਿਹਦੇ ਵਿੱਚ ਸਾਨੂੰ ਪਤਾ ਲੱਗੇਗਾ? ਇਹ ਮਿਲੀਕੈਨ ਆਇਲ ਡ੍ਰੌਪ ਐਕਸਪੈਰੀਮੈਂਟ ਦੇ ਵਿੱਚ ਲੱਗੇਗਾ। ਤੇ ਮਿਲੀਕੈਨ ਆਇਲ ਡ੍ਰੌਪ ਐਕਸਪੈਰੀਮੈਂਟ ਮੈਂ ਲਾਸਟ ਈਅਰ ਰਿਕਾਰਡ ਕੀਤਾ ਵਾ, ਤੁਸੀਂ ਇਹ ਚੀਜ਼ ਜ਼ਰੂਰ ਦੇਖੋ ਉੱਥੇ ਕਿ ਇੱਕ ਇਲੈਕਟ੍ਰੋਨ ਦੇ ਉੱਪਰ ਚਾਰਜ ਕਿਵੇਂ ਫਾਈਂਡ ਆਊਟ ਕੀਤਾ ਸੀ। ਪਰ ਇੱਥੇ ਅਸੀਂ ਹੁਣ ਇਹਨੂੰ ਸ਼ੁਰੂ ਕਰਦੇ ਹਾਂ, ਅਸੀਂ ਇਹਦੀਆਂ ਕਾਈਨਾਮੈਟਿਕਸ ਇਕੁਏਸ਼ਨਸ ਦੇਖਦੇ ਹਾਂ। ਹੁਣ ਅਸੀਂ ਕਾਈਨਾਮੈਟਿਕਸ ਦੀਆਂ ਇਕੁਏਸ਼ਨਸ ਦੇਖਦੇ ਹਾਂ। ਜਿਵੇਂ ਦੇਖੋ ਅਜੇ ਤੱਕ ਅਸੀਂ ਇਹ ਪੜ੍ਹਿਆ ਵਾ ਕਿ ਇੱਕ ਕੰਡਕਟਰ ਦੇ ਅੰਦਰ, ਮੈਂ ਥੋੜ੍ਹਾ ਜਿਹਾ ਹੁਣ ਛੋਟਾ ਬਣਾਵਾਂਗਾ ਕਿਉਂਕਿ ਇਹਦਾ ਮੈਥਮੈਟੀਕਲ ਵਰਕ ਆਏਗਾ ਨਾਲ। ਇਹਦੇ ਉੱਪਰ ਆਪਾਂ ਫੀਲਡ ਲਗਾਇਆ ਤੇ ਪਹਿਲਾਂ ਇਹਦੇ ਅੰਦਰ ਇਲੈਕਟ੍ਰੋਨ ਜਿਹੜੇ ਆ ਉਹ ਕੀ ਆ? ਰੈਂਡਮ ਮੋਸ਼ਨ 'ਚ ਸੀ ਇਸ ਤਰੀਕੇ ਨਾਲ। ਤੇ ਬਾਅਦ ਵਿੱਚ ਕੀ ਹੋਇਆ? ਬਾਅਦ ਵਿੱਚ ਵਾਲੀ ਡਾਇਗਰਾਮ ਮੈਂ ਇੱਥੇ ਬਣਾ ਦਿੰਦਾ ਨੀਚੇ। ਬਾਅਦ ਵਿੱਚ ਕੀ ਹੋਇਆ ਕਿ ਸਾਰੇ ਦੇ ਸਾਰੇ ਇਸ ਤਰੀਕੇ ਨਾਲ ਇੱਧਰ ਨੂੰ ਮੂਵ ਕਰਦੇ। ਹੁਣ ਦੇਖੋ ਜਦੋਂ ਇਲੈਕਟ੍ਰੋਨਾਂ ਨੇ ਇੱਧਰ ਨੂੰ ਮੂਵ ਕਰਨਾ ਵਾ ਤੇ ਸਾਹਮਣੇ ਐਟਮ ਮਿਲਨੇ ਆ, ਉਹਨਾਂ ਦੇ ਨਾਲ ਜਾ ਕੇ ਕੋਲਾਈਡ ਕਰਨਾ ਵਾ ਇਹਨਾਂ ਨੇ। ਮਤਲਬ ਇਹ ਨਹੀਂ ਆ ਕਿ ਹੁਣ ਜੇ ਤੁਸੀਂ ਫੀਲਡ ਲਗਾਤਾ ਤਾਂ ਸਾਰੇ ਲਾਈਨ ਬਣਾ ਕੇ ਇੱਧਰ ਨੂੰ ਮੂਵ ਕਰਨ ਡੈ ਪਏ। ਹੁਣ ਜੇ ਇਲੈਕਟ੍ਰੋਨਸ ਨੇ ਇੱਧਰ ਨੂੰ ਮੂਵ ਕਰਨਾ ਵਾ ਨਾ, ਤਾਂ ਸਾਹਮਣੇ ਕੌਣ ਵਾ? ਸਾਹਮਣੇ ਤੇ ਐਟਮਸ ਆ, ਇਲੈਕਟ੍ਰੋਨ ਆ, ਉਹਨਾਂ ਦੇ ਨਾਲ ਟਕਰਾਉਂਦੇ ਹੋਏ ਅੱਗੇ ਵਧਣਾ ਵਾ। ਟਕਰਾਉਣਾ ਜ਼ਰੂਰ ਵਾ, ਕੋਲਾਈਡ ਕਰਦੇ ਜ਼ਰੂਰ ਜਾਣਾ ਵਾ, ਕਿਉਂਕਿ ਇਹਦੇ ਰਸਤੇ ਦੇ ਵਿੱਚ ਕੋਈ ਖਾਲੀ ਜਗ੍ਹਾ ਤਾਂ ਹੈਗੀ ਨਹੀਂ ਆ ਜਿੱਥੋਂ ਲਾਈਨ ਬਣਾ ਕੇ ਜਾ ਸਕਦੇ ਆ। ਮੇਰੇ ਕਹਿਣ ਦਾ ਇੱਥੇ ਮਤਲਬ ਇਹ ਆ ਕਿ ਜਿਹੜੇ ਅੱਗੇ ਜਿੱਧਰ ਨੂੰ ਮਰਜ਼ੀ ਟੱਕਰਾਂ ਮਾਰਦੇ ਸੀ ਨਾ, ਹੁਣ ਕੀ ਆ? ਹੁਣ ਉਹਨਾਂ ਨੇ ਇੱਧਰ ਨੂੰ ਆਉਣ ਵਾਸਤੇ ਇੱਥੋਂ ਕੋਈ ਇਲੈਕਟ੍ਰੋਨ ਇੱਥੋਂ ਤੁਰਿਆ, ਉਹਨੂੰ ਜੇ ਅੱਗੇ ਕੋਈ ਮਿਲਿਆ ਤੇ ਇੱਥੇ ਆਣ ਕੇ ਉਹਦੀ ਕੋਲੀਜ਼ਨ ਹੋ ਗਈ। ਫਿਰ ਇੱਥੋਂ ਜਿਹੜਾ ਨਿਕਲਿਆ ਉਹ ਇੱਧਰ ਨੂੰ ਮੂਵ ਕੀਤਾ, ਜਿਹੜਾ ਇੱਥੇ ਆਣ ਕੇ ਫਿਰ ਕੋਲੀਜ਼ਨ ਹੋ ਸਕਦੀ ਆ, ਕਿਉਂਕਿ ਰਸਤੇ ਦੇ ਵਿੱਚ ਐਟਮਸ ਆ। ਐਟਮਸ ਕੋਲ ਇਲੈਕਟ੍ਰੋਨ ਆ, ਇੱਕ ਦੂਜੇ ਨਾਲ ਕੋਲਾਈਡ ਕਰਦੇ ਕਰਦੇ ਹੋਏ ਇਸ ਡਾਇਰੈਕਸ਼ਨ ਦੇ ਵਿੱਚ ਵਧੇ। ਜਿਵੇਂ ਜੇ ਇਹਦੇ ਹਿਸਾਬ ਨਾਲ ਕਹੀਏ ਤਾਂ ਮੈਂ ਕਹਾਂਗਾ ਇਸ ਡਾਇਰੈਕਸ਼ਨ ਦੇ ਵਿੱਚ ਸਾਰੇ ਇਲੈਕਟ੍ਰੋਨ ਕੋਲੀਜ਼ਨ ਕਰਦੇ ਕਰਦੇ ਅੱਗੇ ਵਧ ਰਹੇ ਆ। ਮਤਲਬ ਕੋਲੀਜ਼ਨ ਜ਼ਰੂਰ ਹੋਏਗੀ। ਇੱਦਾਂ ਬਿਲਕੁਲ ਨਹੀਂ ਹੋਏਗਾ ਕਿ ਹੁਣ ਉਹਨਾਂ ਨੂੰ ਕੋਈ ਰਸਤਾ ਮਿਲ ਗਿਆ ਵਾ ਤੇ ਬਾਕੀ ਐਟਮਸ ਨੇ ਵਿੱਚੋਂ ਦੀ ਰਸਤਾ ਦੇਤਾ ਕਿ ਜਿਹੜੇ ਫ੍ਰੀ ਇਲੈਕਟ੍ਰੋਨ ਆ ਤੁਸੀਂ ਵਿੱਚੋਂ ਦੀ ਨਿਕਲ ਜਾਓ। ਇੱਦਾਂ ਦਾ ਕੋਈ ਕੰਮ ਨਹੀਂ ਆ, ਠੀਕ ਆ। ਹੁਣ ਦੇਖੋ ਅਸੀਂ ਕਾਈਨਾਮੈਟਿਕਸ ਦੀਆਂ ਇਕੁਏਸ਼ਨਸ ਬਣਾਉਂਦੇ ਆ। ਜਦੋਂ ਇਲੈਕਟ੍ਰੋਨ, ਜੇਕਰ ਮੈਂ ਕਹਾਂ ਕਿ ਪਹਿਲੇ ਇਲੈਕਟ੍ਰੋਨ ਦੀ ਗੱਲ ਕਰਾਂ, ਇਹਦੇ ਅੰਦਰ ਸਾਡੇ ਕੋਲੋਂ ਕੀ ਆ? ਬਹੁਤ ਸਾਰੇ ਇਲੈਕਟ੍ਰੋਨ ਆ, ਇਨਫਾਈਨਾਈਟ ਇਲੈਕਟ੍ਰੋਨ ਆ। ਮੈਂ ਪਹਿਲਾਂ ਹੀ ਕਹਿ ਤਾ ਵਾ ਕਿ ਇੱਕ ਮੈਟਲ ਜਾਂ ਇੱਕ ਕੰਡਕਟਰ ਦੇ ਅੰਦਰ ਬਹੁਤ ਸਾਰੇ ਇਲੈਕਟ੍ਰੋਨ ਹੁੰਦੇ ਆ। ਤੇ ਇਹ ਇਲੈਕਟ੍ਰੋਨ ਕਿਹਦੇ ਤੇ ਡਿਪੈਂਡ ਕਰਦੇ ਆ? ਜਿਵੇਂ ਮੈਂ ਦੱਸਿਆ ਵਾ ਕਿ ਇਹ ਜਿਹੜੇ ਇਲੈਕਟ੍ਰੋਨ ਆ ਕਿਹਦੇ ਤੇ ਡਿਪੈਂਡ ਕਰਦੇ ਆ? ਐਟਮਸ ਤੇ ਡਿਪੈਂਡ ਕਰਦੇ ਆ। ਜਿੰਨੇ ਐਟਮ ਹੋਣਗੇ ਉਨੇ ਹੀ ਜ਼ਿਆਦਾ ਇਲੈਕਟ੍ਰੋਨ ਹੋਣਗੇ। ਤੇ ਜੇ ਅਸੀਂ ਕਾਪਰ ਦੀ ਗੱਲ ਕਰੀਏ, ਕਾਪਰ ਦੀ ਅਸੀਂ ਗੱਲ ਕੀਤੀ ਸੀ, ਕਾਪਰ ਦੇ ਵਿੱਚ 8.5 ਗੁਣਾ 10 ਦੀ ਪਾਵਰ 28 ਇਲੈਕਟ੍ਰੋਨ ਪਰ ਮੀਟਰ ਕਿਊਬ। ਮਤਲਬ 1 ਮੀਟਰ ਕਿਊਬ ਵੋਲੀਅਮ ਦੇ ਵਿੱਚ ਇਲੈਕਟ੍ਰੋਨ ਕਿੰਨੇ ਆ? ਬਹੁਤ ਜ਼ਿਆਦਾ ਵਾ। 10 ਦੀ ਪਾਵਰ 5 ਹੋਵੇ ਤੇ 1 ਲੱਖ ਹੁੰਦਾ, 10 ਦੀ ਪਾਵਰ 7 ਹੋਵੇ ਤੇ 1 ਕਰੋੜ ਹੁੰਦਾ। ਇਹ ਕੀ ਆ? 10 ਦੀ ਪਾਵਰ 28 ਦਾ ਆਰਡਰ ਆ। ਮਤਲਬ 1 ਮੀਟਰ ਕਿਊਬ ਦੇ ਵਿੱਚ ਬਹੁਤ ਸਾਰੇ ਇਲੈਕਟ੍ਰੋਨ। ਇਹਦਾ ਮਤਲਬ ਇਹ ਕਹਿ ਸਕਦੇ ਹਾਂ ਕਿ ਇਲੈਕਟ੍ਰੋਨ ਦੇ ਅੰਦਰੋਂ ਖਤਮ ਹੋਣ ਵਾਲੇ ਨਹੀਂ ਆ। ਬਹੁਤ ਸਾਰੇ ਇਲੈਕਟ੍ਰੋਨ ਆ ਜਿਹੜੇ ਕਰੰਟ ਨੂੰ ਬਣਾਉਣਗੇ, ਠੀਕ ਆ। ਹੁਣ ਦੇਖੋ ਜੇਕਰ ਮੈਂ ਇਹਦੇ 'ਚ ਕਹਾਂ ਕਿ ਕੋਈ ਪਹਿਲਾ ਇਲੈਕਟ੍ਰੋਨ, ਮੈਂ ਇਹਨੂੰ ਪਹਿਲਾ ਲੈ ਲੈਣਾ, ਠੀਕ ਆ। ਤੇ ਇਹ ਪਹਿਲਾ ਇਲੈਕਟ੍ਰੋਨ ਕਿਸੇ ਥਰਮਲ ਵੈਲੋਸਿਟੀ ਦੇ ਨਾਲ ਮੂਵ ਕਰਦਾ ਪਿਆ ਸੀ ਤੇ ਉਹਦੀ ਥਰਮਲ ਵੈਲੋਸਿਟੀ ਕਿੰਨੀ ਆ? ਫॉर ਫਸਟ ਇਲੈਕਟ੍ਰੋਨ। ਫਸਟ ਕੋਈ ਵੀ ਹੋ ਸਕਦਾ, ਜਿਹਨੂੰ ਮਰਜ਼ੀ ਫਸਟ ਚੂਜ਼ ਕਰ ਲਓ। ਫॉर ਫਸਟ ਇਲੈਕਟ੍ਰੋਨ u1 ਉਹਦੀ ਇਨੀਸ਼ੀਅਲ ਵੈਲੋਸਿਟੀ, ਮਤਲਬ ਜਿਹਦੇ ਨਾਲ ਉਹ ਥਰਮਲ ਵੈਲੋਸਿਟੀ ਦੇ ਨਾਲ ਮੂਵ ਕਰਦਾ ਪਿਆ ਸੀ, ਠੀਕ ਆ। ਤੇ ਐਕਸਲਰੇਸ਼ਨ ਸਾਨੂੰ ਪਤਾ ਲੱਗ ਗਈ ਆ, ਐਕਸਲਰੇਸ਼ਨ ਅਸੀਂ ਕੱਢ ਲਈ ਆ ਹੁਣੇ। ਐਕਸਲਰੇਸ਼ਨ ਸਾਡੇ ਕੋਲੋਂ ਕੀ ਆਈ ਸੀ? -e/m। ਇਸ ਐਕਸਲਰੇਸ਼ਨ ਦੇ ਨਾਲ ਮੂਵ ਕਰਦਾ, ਇਹ ਚੀਜ਼ ਸਾਨੂੰ ਪਤਾ ਲੱਗ ਗਈ ਸੀ। ਹੁਣ ਦੇਖੋ ਜੇ ਇਹ ਐਕਸਲਰੇਸ਼ਨ ਲੱਗੇਗੀ ਕਿਸੇ ਬੋਡੀ ਤੇ, ਐਕਸਲਰੇਟ ਜਾਂ ਐਕਸਲਰੇਸ਼ਨ ਲੱਗੇਗੀ ਤਾਂ ਉਹਦੀ ਫਾਈਨਲ ਵੈਲੋਸਿਟੀ ਬਣਨੀ ਆ। ਤੇ ਸਾਡੇ ਕੋਲੋਂ ਕਾਈਨਾਮੈਟਿਕਸ ਦੀ ਇਕੁਏਸ਼ਨ ਕਿਹੜੀ ਬਣਨੀ ਆ ਪਹਿਲੇ ਇਲੈਕਟ੍ਰੋਨ ਵਾਸਤੇ? v1 = u1 + a t1। T1 ਕੀ ਆ? ਦੇਖੋ u1 ਇੱਧਰ ਦੇਖੋ ਕਿ ਮੰਨ ਲਓ
ਇਹਦੇ ਵਿੱਚ ਇਹ ਪਹਿਲਾ ਇਲੈਕਟ੍ਰੋਨ ਜਿਹੜਾ ਵਾ ਪਹਿਲਾ ਇਲੈਕਟ੍ਰੋਨ ਇਹ u1 ਸਪੀਡ ਦੇ ਨਾਲ ਮੂਵ ਕੀਤਾ ਕਰ ਰਿਹਾ ਵਾ ਠੀਕ ਆ। ਹੁਣ ਅਸੀਂ ਕੀ ਕੀਤਾ ਇਹਦੇ ਤੇ ਪੋਜ਼ਿਟਿਵ ਪੋਟੈਂਸ਼ੀਅਲ ਲਗਾਤਾ। ਜਦੋਂ ਪੋਜ਼ਿਟਿਵ ਪੋਟੈਂਸ਼ੀਅਲ ਲਗਾਤਾ ਵਾ ਤੇ ਇਹਨੇ ਕੀ ਆ ਇਹਨੂੰ ਪਿੱਛੇ ਨੂੰ ਫੋਰਸ ਲੱਗਣੀ ਆ ਪਰ ਇਹ ਅੱਗੇ ਨੂੰ ਜਾ ਰਿਹਾ ਵਾ ਤੇ ਅੱਗੇ ਜਾ ਕੇ ਇਹ ਹੋ ਸਕਦਾ ਵਾ ਇੱਥੇ ਕਿਸੇ ਹੋਰ ਐਟਮ ਦੇ ਨਾਲ ਕੋਲਾਈਡ ਕਰ ਜੇ ਕਿਸੇ ਹੋਰ ਇਲੈਕਟ੍ਰੋਨ ਨੂੰ ਫ੍ਰੀ ਕਰ ਦੇ। ਹੁਣ ਇਹ ਜਿਹੜਾ ਸਮਾਂ ਵਾ ਨਾ ਇੱਥੋਂ ਲੈ ਕੇ ਇੱਥੋਂ ਤੱਕ ਦਾ ਇਹ ਸਮਾਂ ਕੀ ਆ t1 ਮਤਲਬ ਇਲੈਕਟ੍ਰੋਨ ਜਿਹੜਾ ਵਾ ਇੱਕ ਜਗ੍ਹਾ ਤੋਂ ਫ੍ਰੀ ਹੋਇਆ ਫ੍ਰੀ ਹੋ ਕੇ ਉਹਦੇ ਤੇ ਐਕਸਲਰੇਸ਼ਨ ਲੱਗਣੀ ਸ਼ੁਰੂ ਹੋ ਗਈ ਪੋਜ਼ਿਟਿਵ ਪਲੇਟ ਵੱਲੋਂ ਵੀ ਇੱਧਰ ਨੂੰ ਜਾਣਾ ਵਾ ਇੱਥੋਂ ਫ੍ਰੀ ਹੋਇਆ ਮੰਨ ਲਓ ਮੇਰੇ ਵਾਲੀ ਜਗ੍ਹਾ ਤੋਂ ਇੱਧਰੋਂ ਫੋਰਸ ਲੱਗਣੀ ਸਟਾਰਟ ਹੋ ਗਈ ਮੈਂ ਇੱਧਰ ਨੂੰ ਮੂਵ ਕਰਦਾ ਵਾਂ ਪਿਆ ਵਾਂ ਅੱਗੇ ਕੀ ਆ ਮੈਂ ਕੋਲਾਈਡ ਕਰ ਗਿਆ ਕਿਸੇ ਨਾਲ ਕਿਸੇ ਹੋਰ ਐਟਮ ਜਾਂ ਕਿਸੇ ਹੋਰ ਇਲੈਕਟ੍ਰੋਨ ਦੇ ਨਾਲ ਮੈਂ ਕੋਲਾਈਡ ਕਰ ਗਿਆ ਤੇ ਇਹ ਜਿਹੜਾ ਵਿਚਲਾ ਸਮਾਂ ਵਾ ਨਾ ਇਹਨੂੰ ਮੈਂ ਕਹਿ ਰਿਹਾ ਵਾਂ t1 ਕਿਉਂਕਿ ਇਹ t1 ਸਮਾਂ ਕੀ ਆ ਦੋ ਕੋਲੀਜ਼ਨ ਦੇ ਵਿੱਚ ਦੋ ਸਕਸੈਸਿਵ ਕੋਲੀਜ਼ਨ ਦੇ ਵਿਚਲਾ ਸਮਾਂ ਵਾ। ਹੁਣ ਦੇਖੋ ਇਹਨੂੰ ਹੋਰ ਧਿਆਨ ਨਾਲ ਦੇਖੋ ਕਿ ਅਸੀਂ ਕਹਿ ਰਹੇ ਹਾਂ ਕਿ 1 ਨੰਬਰ ਇਲੈਕਟ੍ਰੋਨ ਮੈਂ ਪੋਜ਼ਿਟਿਵ ਪਲੇਟ ਇੱਧਰ ਹੀ ਡਾਇਰੈਕਸ਼ਨ ਇੱਧਰ ਹੀ ਬਣਾ ਲੈਣਾ ਸੌਖਾ ਬਣੇਗਾ। ਇਹ ਕੀ ਆ ਇਹ ਮੰਨ ਲਓ ਇੱਥੋਂ ਫ੍ਰੀ ਹੋਇਆ ਮੈਂ ਇਹਨੂੰ 1 ਨੰਬਰ ਇਲੈਕਟ੍ਰੋਨ ਕਿਹਾ ਇਹ ਇੱਥੋਂ ਫ੍ਰੀ ਹੋਇਆ ਵਾ ਇਹ ਇੱਥੋਂ ਫ੍ਰੀ ਹੋਇਆ ਪੋਜ਼ਿਟਿਵ ਪਲੇਟ ਨੇ ਆਪਣੇ ਵੱਲ ਖਿੱਚਿਆ ਇੱਥੇ ਜਾ ਕੇ ਕਿਸੇ ਹੋਰ ਐਟਮ ਦੇ ਨਾਲ ਟਕਰਾ ਗਿਆ। ਹੁਣ ਇਹ ਜਿਹੜਾ ਸਮਾਂ ਵਾ ਨਾ ਇਹਨੂੰ ਮੈਂ ਕੀ ਕਹਿ ਰਿਹਾ ਵਾਂ t1। ਹੁਣ ਜਦੋਂ ਇਹ ਹੋਰ ਐਟਮ ਦੇ ਨਾਲ ਟਕਰਾਏਗਾ ਤੇ ਜਾਂ ਕੀ ਹੋਏਗਾ ਇਹ ਉਸ ਐਟਮ ਦੇ ਅੰਦਰ ਜਾ ਕੇ ਬਹਿ ਜਾਏਗਾ ਤੇ ਉੱਥੋਂ ਨਵਾਂ ਇਲੈਕਟ੍ਰੋਨ ਫ੍ਰੀ ਕਰੇਗਾ। ਤੇ ਜੇ ਅਸੀਂ ਰਿਫਲੈਕਸ਼ਨ ਵਾਲਾ ਕਨਸੈਪਟ ਆਪਣੇ ਦਿਮਾਗ 'ਚ ਰੱਖੀਏ ਤੇ ਇਹ ਕਨਸੈਪਟ ਹੋਣਾ ਵਾ ਕਿ ਇੱਥੋਂ ਹੀ ਤੁਰਿਆ ਫੋਰਸ ਲੱਗੀ ਸਪੀਡ ਇਹਦੀ ਵੱਧਦੀ ਜਾਂਦੀ ਆ ਇੱਥੇ ਆਣ ਕੇ ਟਕਰਾ ਗਿਆ। ਜਦੋਂ ਟਕਰਾ ਗਿਆ ਤੇ ਸਪੀਡ ਕੀ ਹੋ ਗਈ ਘਟ ਗਈ। ਹੁਣ ਇਹਨੇ ਨਵੇਂ ਸਿਰਿਓਂ ਤੁਰਨਾ ਵਾ ਫਿਰ ਇੱਥੇ ਆਣ ਕੇ ਟਕਰਾ ਗਿਆ ਨਵੇਂ ਸਿਰਿਓਂ ਤੁਰਿਆ। ਹੁਣ ਇਹ ਜਿਹੜਾ ਪਹਿਲੇ ਨਿਕਲਣ ਤੋਂ ਲੈ ਕੇ ਜਿਹੜੀ ਅਗਲੀ ਕੋਲੀਜ਼ਨ ਆ ਉਹਦੇ ਵਿਚਲਾ ਸਮਾਂ ਕੀ ਆ t1 ਆ। ਮੈਂ ਇਹਨੂੰ ਕੀ ਕਹਿ ਰਿਹਾ ਵਾਂ t1 ਇਜ਼ ਦਾ ਟਾਈਮ ਇੰਟਰਵਲ ਬਿਟਵੀਨ ਟੂ ਸਕਸੈਸਿਵ ਕੋਲੀਜ਼ਨ ਦੋ ਕੋਲੀਜ਼ਨ ਦੇ ਵਿਚਲਾ ਜਿਹੜਾ ਟਾਈਮ ਆ ਉਹਨੂੰ ਕੀ ਕਹਿ ਰਿਹਾ ਜਿਵੇਂ ਮੈਂ ਇੱਥੇ ਆ t2 ਆ ਇੱਥੇ ਕੋਲਾਈਡ ਹੋਇਆ ਅੱਗੇ ਜਾ ਕੇ ਇੱਥੇ ਕੋਲਾਈਡ ਹੋਇਆ ਦੋ ਸਕਸੈਸਿਵ ਕੋਲੀਜ਼ਨ ਦੇ ਵਿਚਲਾ ਜਿਹੜਾ ਟਾਈਮ ਆ ਉਹਨੂੰ ਆਪਾਂ ਇਹ t ਲਿਖ ਰਹੇ ਹਾਂ। ਹੁਣ ਦੇਖੋ ਇਹੋ ਇਕੁਏਸ਼ਨ ਜਿਹੜੀ ਆ ਮੈਂ ਕਿਸੇ ਹੋਰ ਦੂਸਰੇ ਇਲੈਕਟ੍ਰੋਨ ਵਾਸਤੇ ਲਿਖਣੀ ਆ ਉਹਦੀ ਫਾਈਨਲ ਵੈਲੋਸਿਟੀ v2 ਕਿਉਂਕਿ ਉੱਤੇ ਫੋਰਸ ਲੱਗੀ ਆ ਪਹਿਲਾਂ ਵੈਲੋਸਿਟੀ ਉਹਦੀ ਮੰਨ ਲਓ u2 ਸੀ ਤੇ ਐਕਸਲਰੇਸ਼ਨ ਤੇ ਸੇਮ ਆ a1 a2 ਦਾ ਕਨਸੈਪਟ ਨਹੀਂ ਆਉਣਾ ਤੇ ਉਹਦਾ ਟਾਈਮ t2। ਇਸੇ ਤਰੀਕੇ ਨਾਲ ਸਾਡੇ ਕੋਲੋਂ ਕਿੰਨੇ ਇਲੈਕਟ੍ਰੋਨ ਆ ਬਹੁਤ ਸਾਰੇ ਇਲੈਕਟ੍ਰੋਨ ਆ ਤੇ ਆਪਾਂ ਇਹ ਵਾਲੀ ਇਕੁਏਸ਼ਨ ਕੀ ਬਣਾ ਲਈ ਇਹ ਵਾਲੀ ਬਣਾ ਲਈ। ਹੁਣ ਅਸੀਂ ਕੱਢਣਾ ਚਾਹੁੰਦੇ ਆ ਐਵਰੇਜ ਇਹ ਸਾਰੇ ਦੀ ਐਵਰੇਜ v1 v2 v3 ਕੀ ਆ v1 v2 v3 ਕੀ ਆ ਫਾਈਨਲ ਵੈਲੋਸਿਟੀ ਆਫ ਇਲੈਕਟ੍ਰੋਨ ਮਤਲਬ ਇਲੈਕਟ੍ਰੋਨ ਜਦੋਂ ਇੱਥੋਂ ਤੁਰਿਆ ਉਹਦੀ ਇੱਥੇ ਵੱਜਣ ਤੋਂ ਪਹਿਲਾਂ ਦੂਸਰੀ ਕੋਲੀਜ਼ਨ ਤੋਂ ਪਹਿਲਾਂ ਉਹਦੀ ਕਿੰਨੀ ਵੈਲੋਸਿਟੀ ਬਣ ਚੁੱਕੀ ਸੀ ਕਿਉਂਕਿ ਜਦੋਂ ਉਹਨੇ ਕੋਲਾਈਡ ਕਰ ਜਾਣਾ ਜਾ ਕੇ ਕੋਲਾਈਡ ਕਰਨ ਤੇ ਤਾਂ ਸਾਨੂੰ ਪਤਾ ਹੀ ਆ ਉਹਦੀ ਵੈਲੋਸਿਟੀ 0 ਹੋ ਜਾਣੀ ਆ ਉਹਨੇ ਨਵੇਂ ਸਿਰਿਓਂ ਸਟਾਰਟ ਹੋਣਾ ਵਾ। ਸੋ ਇਹ ਕੀ ਆ ਕੋਲੀਜ਼ਨ ਤੋਂ ਬਾਅਦ 'ਚ ਉਹ ਫਾਈਨਲ ਵੈਲੋਸਿਟੀ ਕਿੰਨੀ ਲੈ ਲੈਂਦਾ ਵਾ ਠੀਕ ਆ। ਹੁਣ ਐਕਸਲਰੇਸ਼ਨ ਆ ਫਾਈਨਲ ਵੈਲੋਸਿਟੀ ਦਾ ਕਨਸੈਪਟ ਤੇ ਆਏਗਾ ਹੀ ਐਕਸਲਰੇਸ਼ਨ ਅਸੀਂ ਪੜ੍ਹੀ ਆ ਕਿਉਂਕਿ ਜਦੋਂ ਪੋਜ਼ਿਟਿਵ ਪਲੇਟ ਲਗਾਵਾਂਗੇ ਤਾਂ ਫੋਰਸ ਲੱਗੇਗੀ ਇੱਧਰ ਨੂੰ ਫੋਰਸ ਲੱਗੇਗੀ ਜੇ ਫੋਰਸ ਲੱਗੇਗੀ ਤਾਂ ਐਕਸਲਰੇਸ਼ਨ ਦਾ ਕਨਸੈਪਟ ਤੇ ਆਏਗਾ ਹੀ ਆਏਗਾ ਮਤਲਬ ਵੈਲੋਸਿਟੀ ਦਾ ਵਧਣਾ ਘਟਣਾ ਤੇ ਕਿਤੇ ਨਾ ਕਿਤੇ ਆਏਗਾ ਹੀ ਠੀਕ ਆ। ਸੋ ਇਹ ਸਾਡੇ ਕੋਲੋਂ ਕੀ ਆ ਐਵਰੇਜ ਵੈਲੋਸਿਟੀ ਆਈ ਇਲੈਕਟ੍ਰੋਨਸ ਦੀ ਤੇ ਜੇ ਮੈਂ ਐਵਰੇਜ ਕੱਢਾਂ ਇਹਨਾਂ ਦੀ v ਐਵਰੇਜ ਤੇ ਮੈਂ ਇਦਾਂ ਲਿਖ ਦਿੰਦਾ ਫਾਈਨਲ ਵੈਲੋਸਿਟੀ v1 ਜਮਾ v2 vn upon n ਐਵਰੇਜ ਤੇ ਮੈਂ ਇਸ ਤਰੀਕੇ ਨਾਲ ਹੀ ਕੱਢ ਸਕਦਾ ਕਿ ਸਾਰਿਆਂ ਦੀ ਐਵਰੇਜ ਤੇ ਜੇ ਮੈਂ ਇਦਾਂ ਕੱਢਣਾ ਹੋਵੇ ਤੇ ਮੈਂ ਉੱਪਰਲੀ ਇਕੁਏਸ਼ਨ ਨੂੰ ਕਿਵੇਂ ਮੈਨੂਪਲੇਟ ਕਰ ਸਕਦਾ ਦੇਖੋ u1 u2 ਨੂੰ ਅਲੱਗ ਜੋੜਦਾ u1 ਜਮਾ u2 un upon n जमा एक्सेलरेशन कॉमन निकलेगी t1 जमा t2 tn बटा n मेरे को इक्वेशन बनेगी जेकर मैं सारियां जोड़ांगा क्यों क्योंकि यह जिहड़ी
ਐਵਰੇਜ ਵੈਲੋਸਿਟੀ ਆ ਨਾ, ਇਹੀ ਸਾਡੀ ਕੀ ਆ, ਡ੍ਰਿਫਟ ਵੈਲੋਸਿਟੀ ਆ। ਇਸੇ ਵੈਲੋਸਿਟੀ ਦੇ ਨਾਲ ਇਲੈਕਟ੍ਰੋਨ ਜਿਹੜੇ ਆ ਉਹ ਪੋਜ਼ਿਟਿਵ ਪਲੇਟ ਵੱਲ ਮੂਵ ਕਰ ਰਹੇ ਆ। ਅਸੀਂ ਪਹਿਲੇ ਇਲੈਕਟ੍ਰੋਨ ਦੀ ਕੱਢੀ ਕਿ ਇਸ ਸਪੀਡ ਦੇ ਨਾਲ ਪੋਜ਼ਿਟਿਵ ਵੱਲ ਮੂਵ ਕਰਦਾ, ਦੂਸਰੇ ਇਲੈਕਟ੍ਰੋਨ ਵਾਸਤੇ ਕੱਢਿਆ ਕਿ ਇਸ ਸਪੀਡ ਦੇ ਨਾਲ ਮੂਵ ਕਰਦਾ। ਹੁਣ ਦੇਖੋ, ਪਹਿਲਾ ਇਲੈਕਟ੍ਰੋਨ V1 ਨਾਲ ਮੂਵ ਕਰਦਾ ਪੋਜ਼ਿਟਿਵ ਪਲੇਟ ਵੱਲ ਜਦੋਂ ਫੀਲਡ ਲਗਾਉਂਦੇ ਆ, ਦੂਜਾ V2 ਨਾਲ ਕਰਦਾ, ਤੀਸਰਾ V3 ਨਾਲ ਕਰਦਾ। ਤੇ ਜੇ ਆਪਾਂ ਇੱਕ ਵੈਲਿਊ ਲੈਣੀ ਹੋਵੇ ਤੇ ਆਪਾਂ ਕੀ ਕਰਦੇ ਆ, ਇਹਨਾਂ ਸਾਰੇ ਇਲੈਕਟ੍ਰੋਨਸ ਦੀ ਇੱਕ ਐਵਰੇਜ ਵੈਲਿਊ ਕੱਢ ਲੈਂਦੇ ਆ। ਤੇ ਐਵਰੇਜ ਵੈਲਿਊ ਨੂੰ ਕੀ ਕਹਿ ਰਹੇ ਆ, ਐਵਰੇਜ ਵੈਲਿਊ ਨੂੰ ਅਸੀਂ ਕਹਿ ਰਹੇ ਆ ਡ੍ਰਿਫਟ ਸਪੀਡ ਜਾਂ ਡ੍ਰਿਫਟ ਵੈਲੋਸਿਟੀ। ਉਹੀ ਸਾਡੀ ਡ੍ਰਿਫਟ ਵੈਲੋਸਿਟੀ ਆ, ਉਹੀ ਵੈਲੋਸਿਟੀ ਆ ਜਿਹਦੇ ਨਾਲ ਇਲੈਕਟ੍ਰੋਨ ਜਦੋਂ ਫੀਲਡ ਲਗਾਉਂਦੇ ਆ, ਜਦੋਂ ਇਲੈਕਟ੍ਰੋਨ ਉਹਦੇ ਮੂਵ ਕਰਦਾ ਵਾ, ਉਸ ਪਲੇਟ ਦੇ ਵੱਲ ਮੂਵ ਕਰਦਾ ਵਾ। ਸੋ ਸਾਡੇ ਕੋਲੋਂ ਡ੍ਰਿਫਟ ਵੈਲੋਸਿਟੀ ਆ ਗਈ। ਹੁਣ ਪਰ ਸਾਡੇ ਕੋਲੋਂ ਇਕੁਏਸ਼ਨ ਕੀ ਆਈ ਆ, ਦੇਖੋ ਇਕੁਏਸ਼ਨ ਇਹ ਆਈ ਆ, ਮੈਨੂੰ ਮਿਟਾ ਦਿੰਦਾ, ਸਮੇਂ-ਸਮੇਂ ਤੇ ਤੁਸੀਂ ਇਹਨੂੰ ਨੋਟ ਕਰਕੇ ਲਿਖ ਲਿਆ ਕਰੋ। ਇਹ ਵਾਲੀ ਇਕੁਏਸ਼ਨ ਆਈ ਆ। ਤੇ ਸਭ ਤੋਂ ਪਹਿਲਾਂ ਆਪਾਂ ਇਹਨੂੰ ਸਮਝਦੇ ਆ, ਇਹਨੂੰ ਸੋਲਵ ਕਰਦੇ ਆ, ਇਸ ਚੀਜ਼ ਨੂੰ U1 ਜਮਾ U2 ਜਮਾ UN। ਇਸ ਸਭ ਤੋਂ ਪਹਿਲਾਂ ਆਪਾਂ ਇਹਨੂੰ ਸੋਲਵ ਕਰਦੇ ਆ, U1 ਜਮਾ U2 ਜਮਾ UN ਅਪੋਨ N ਨੂੰ। ਇਹਨੂੰ ਸੋਲਵ ਕਰਨ ਵਾਸਤੇ ਇੱਧਰ ਥੋੜ੍ਹਾ ਜਿਹਾ ਮੈਂ ਮਿਟਾ ਦਿੰਦਾ ਵਾਂ। ਇਕੁਏਸ਼ਨ ਕੀ ਆਈ ਆ, ਮੈਂ ਇੱਥੇ ਇੱਕ ਵਾਰੀ ਲਿਖ ਲੈਂਦਾ, V ਐਵਰੇਜ, ਇਹਨੂੰ ਅਸੀਂ ਕੀ ਕਹਿ ਰਹੇ ਹਾਂ, ਡ੍ਰਿਫਟ ਸਪੀਡ ਕਹਿ ਰਹੇ ਹਾਂ। ਇਹ ਕੀ ਆਈ ਆ, U1 ਜਮਾ U2 UN ਬਟਾ N, ਕਿਉਂਕਿ ਅਸੀਂ ਐਵਰੇਜ ਕੱਢਣੀ ਆ। ਮੈਂ ਬਾਰ-ਬਾਰ ਤੁਹਾਨੂੰ ਬੋਲ ਰਿਹਾ, T1 ਜਮਾ T2 ਐਵਰੇਜ N। A1 A2 ਦਾ ਕੰਸੈਪਟ ਨਹੀਂ ਆਉਣਾ, ਕਿਉਂਕਿ ਇਹ ਐਵਰੇਜ ਐਕਸਲਰੇਸ਼ਨ ਕੀ ਆ, ਐਕਸਲਰੇਸ਼ਨ ਸਾਰੇ ਇਲੈਕਟ੍ਰੋਨ ਵਾਸਤੇ ਕੌਨਸਟੈਂਟ ਆ। ਤੇ ਆਪਾਂ ਸੋਲਵ ਕਿਹਨੂੰ ਕਰਨ ਜਾ ਰਹੇ ਹਾਂ, ਸੋਲਵ ਇਹਨੂੰ ਕਰਨ ਜਾ ਰਹੇ ਹਾਂ। ਹੁਣ ਦੇਖੋ, ਜਦੋਂ ਕੋਈ ਇਲੈਕਟ੍ਰੋਨ ਦੇ ਵਿੱਚ ਥਰਮਲ ਸਪੀਡ ਦੇ ਨਾਲ ਕੋਈ ਇਲੈਕਟ੍ਰੋਨ ਇੱਧਰ ਨੂੰ ਜਾ ਰਿਹਾ, ਕੋਈ 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 ਇੱਧਰ ਨੂੰ ਜਾ ਰਿਹਾ। ਤੇ ਜੇ ਆਪਾਂ ਸਾਰਿਆਂ ਦੀ ਸਪੀਡ ਨੂੰ ਐਡ ਅਪ ਕਰੀਏ ਨਾ, ਜਾਂ ਸਾਰੀਆਂ ਵੈਲੋਸਿਟੀਜ਼ ਨੂੰ ਐਡ ਅਪ ਕਰੀਏ, ਤੇ ਵੈਲੋਸਿਟੀ ਕੀ ਆ, ਇੱਕ ਵੈਕਟਰ ਕੁਆਂਟੀਟੀ ਆ। ਤੇ ਇਹ ਕੀ ਆਉਣੀ ਆ, ਇਹ ਥਰਮਲ ਵੈਲੋਸਿਟੀ ਆਉਣੀ ਆ 0। ਕਿਉਂ 0 ਆਉਣੀ ਆ, ਕਿਉਂਕਿ ਜੇ ਮੰਨ ਲਓ ਇਹ ਵਾਲਾ +5 ਵਾ ਤੇ ਕੋਈ ਇਹਦੇ ਅੰਦਰ -5 ਵੀ ਹੋਏਗਾ, ਮਤਲਬ ਇਹ ਕੀ ਆ, ਰੈਂਡਮ ਡਾਇਰੈਕਸ਼ਨ ਆ। ਤੇ ਰੈਂਡਮ ਡਾਇਰੈਕਸ਼ਨ ਦੇ ਵਿੱਚ ਜਦੋਂ ਅਸੀਂ ਵੈਲੋਸਿਟੀਜ਼ ਨੂੰ ਐਡ ਕਰਾਂਗੇ, ਕੋਈ ਵੈਲੋਸਿਟੀ ਇੱਧਰ ਨੂੰ ਜਾ ਰਹੀ ਆ, ਕੋਈ ਇੱਧਰ ਨੂੰ ਜਾ ਰਹੀ ਆ, ਕੋਈ ਇੱਧਰ ਨੂੰ ਜਾ ਰਹੀ ਆ, ਕੋਈ ਉੱਪਰ ਨੂੰ ਜਾ ਰਹੀ ਆ, ਕੋਈ ਨੀਚੇ ਨੂੰ ਜਾ ਰਹੀ ਆ। ਤੇ ਜਦੋਂ ਕੱਲੇ ਇਲੈਕਟ੍ਰੋਨਸ ਦੀ ਇਹ ਜਿਹੜੀ ਵੈਲੋਸਿਟੀ ਜਿਹੜੀ ਆ, ਜਿਹੜੀ ਇੱਕ ਵੈਕਟਰ ਕੁਆਂਟੀਟੀ ਆ, ਜੇ ਵੈਕਟਰ ਵਾ ਤੇ ਸਾਨੂੰ ਸਾਈਨ ਦੇ ਸਹਿਤ ਐਡ ਕਰਨੀ ਪਏਗੀ। ਤੇ ਜੇ ਸਾਈਨ ਦੇ ਸਹਿਤ ਐਡ ਕਰਾਂਗੇ ਨਾ, ਇਹਦਾ ਓਵਰਆਲ ਰਿਜ਼ਲਟ ਕੀ ਆ ਜਾਣਾ ਵਾ, ਇਹਦਾ ਓਵਰਆਲ ਰਿਜ਼ਲਟ ਸਾਡੇ ਕੋਲ ਆਉਣਾ ਵਾ 0। ਮਤਲਬ ਇਹ ਇਲੈਕਟ੍ਰੋਨ ਜਿਹੜਾ ਵਾ, ਇਹਦੀ ਓਵਰਆਲ ਵੈਲੋਸਿਟੀ ਕਿੰਨੀ ਆ, ਇਨੀਸ਼ੀਅਲ ਵੈਲੋਸਿਟੀ ਕਿੰਨੀ ਆ, 0। ਜਿਵੇਂ ਮੈਂ ਸਟਾਰਟਿੰਗ 'ਚ ਕਿਹਾ ਸੀ ਨਾ ਕਿ ਇੱਕ ਮੈਟਲ ਆ ਤੇ ਇਹ ਮੈਟਲ ਰੂਮ ਟੈਂਪਰੇਚਰ ਤੇ ਆ, ਤੇ ਕੈਮਿਸਟਰੀ ਵਾਲਾ ਕਨਸੈਪਟ ਸਾਨੂੰ ਇਹ ਗੱਲ ਕਹਿੰਦਾ ਵਾ ਕਿ ਰੂਮ ਟੈਂਪਰੇਚਰ ਤੇ ਇਹਦੇ ਕੋਲੋਂ ਕੀ ਆ, ਫ੍ਰੀ ਇਲੈਕਟ੍ਰੋਨ ਆ। ਹੁਣ ਇਹ ਫ੍ਰੀ ਇਲੈਕਟ੍ਰੋਨ ਕੋਈ ਇੱਧਰ ਨੂੰ ਮੂਵ ਕਰਦਾ, ਕੋਈ ਇੱਧਰ ਨੂੰ ਕਰਦਾ, ਕੋਈ ਇੱਧਰ ਨੂੰ ਕਰਦਾ, ਕੋਈ ਇੱਧਰ ਨੂੰ ਕਰਦਾ। ਤੇ ਫਿਜ਼ਿਕਸ ਦਾ ਕਨਸੈਪਟ ਕਹਿੰਦਾ ਜਦੋਂ ਵੀ ਇਲੈਕਟ੍ਰੋਨ ਮੂਵ ਕਰਦਾ ਤੇ ਕਰੰਟ ਬਣਦਾ ਵਾ, ਤੇ ਜੇ ਕਰੰਟ ਬਣਦਾ ਤੇ ਸਾਨੂੰ ਮਹਿਸੂਸ ਹੋਣਾ ਚਾਹੀਦਾ। ਜਿਵੇਂ ਮੈਂ ਕੜਾ ਹੀ ਪਾਇਆ, ਪਰ ਸਾਨੂੰ ਮਹਿਸੂਸ ਕਿਉਂ ਨਹੀਂ ਹੁੰਦਾ, ਕਿਉਂ ਨਹੀਂ ਹੁੰਦਾ, ਕਿਉਂਕਿ ਇਹਨਾਂ ਦੀ ਜਿਹੜੀ ਐਵਰੇਜ ਵੈਲੋਸਿਟੀ ਆ ਨਾ, ਉਹ ਕੀ ਆ, ਉਹ 0 ਆ। ਐਵਰੇਜ ਵੈਲੋਸਿਟੀ ਕਿਉਂ 0 ਆ, ਕਿਉਂਕਿ ਵੈਲੋਸਿਟੀ ਇੱਕ ਕੀ ਆ, ਵੈਕਟਰ ਕੁਆਂਟੀਟੀ ਆ। ਤੇ ਜੇਕਰ ਕੋਈ ਇੱਧਰ ਵਾਲੇ ਨੂੰ ਨੈਗੇਟਿਵ ਲਓਗੇ ਜਾਂ ਇੱਧਰ ਵਾਲੇ ਨੂੰ ਪੋਜ਼ਿਟਿਵ ਲਓਗੇ, ਤੇ ਇੱਧਰ ਵਾਲੇ ਨੂੰ ਨੈਗੇਟਿਵ ਵੀ ਲੈਣਾ ਪਏਗਾ। ਤੇ ਟੋਟਲ ਐਡ ਕਰੋਗੇ ਤੇ 0 ਦਿਖੇਗੀ। ਤੇ ਜੇ 0 ਨਾ ਹੋਵੇ ਤੇ ਫਿਰ ਆ ਜਿਹੜਾ ਕੜਾ ਪਾਇਆ ਵਾ, ਇਹਦੇ ਵਿੱਚ ਮੈਨੂੰ ਕੀ ਆ, ਕਰੰਟ ਮਹਿਸੂਸ ਹੋਏਗਾ। ਕਿਉਂ, ਕਿਉਂਕਿ ਇਹਦੇ ਵਿੱਚੋਂ ਕੋਈ ਨਾ ਕੋਈ ਰਿਜ਼ਲਟੈਂਟ ਵੈਲੋਸਿਟੀ ਨਿਕਲ ਕੇ ਆਉਣੀ ਆ। ਤੇ ਜੇ ਰਿਜ਼ਲਟੈਂਟ ਵੈਲੋਸਿਟੀ ਵੀ ਐਵਰੇਜ ਕੋਈ ਫਾਈਨਾਈਟ ਵੈਲਿਊ ਨਿਕਲ ਆਈ, ਤੇ ਫਿਰ ਤੇ ਇਹਦਾ ਮਤਲਬ ਇਹਦੇ ਅੰਦਰ ਕਰੰਟ ਬਣ ਰਿਹਾ ਵਾ, ਫਿਰ ਤੇ ਮੈਨੂੰ ਕਰੰਟ ਮਹਿਸੂਸ ਹੋਣਾ ਚਾਹੀਦਾ ਵਾ। ਪਰ ਇਸ ਕੜੇ ਦੇ ਵਿੱਚ ਮੈਨੂੰ ਰੂਮ ਟੈਂਪਰੇਚਰ ਤੇ ਵੀ ਕੋਈ ਕਰੰਟ ਮਹਿਸੂਸ ਨਹੀਂ ਹੋ ਰਿਹਾ, ਕਿਉਂਕਿ ਇਹਦੇ ਇਲੈਕਟ੍ਰੋਨ ਫ੍ਰੀ ਜ਼ਰੂਰ ਹੋ ਰਹੇ ਆ, ਪਰ ਉਹ ਫ੍ਰੀ ਰੈਂਡਮ ਡਾਇਰੈਕਸ਼ਨ 'ਚ ਆ। ਉਹ ਇੱਕ ਦੂਜੇ ਦੀ ਵੈਲੋਸਿਟੀ ਨੂੰ ਕੀ ਕਰਦੇ ਪਏ ਆ, ਪਲੱਸ ਮਾਈਨਸ ਕਰਕੇ 0 ਕਰਦੇ ਪਏ ਆ। ਤੇ ਓਵਰਆਲ ਵੈਲੋਸਿਟੀ ਆਫ ਇਲੈਕਟ੍ਰੋਨ ਕੀ ਆ, ਓਵਰਆਲ ਫਲੋ ਆਫ ਇਲੈਕਟ੍ਰੋਨ ਮੈਨੂੰ 0 ਹੀ ਨਜ਼ਰ ਆਉਂਦਾ। ਇਸ ਕਰਕੇ ਮੈਨੂੰ ਕੀ ਆ, ਇਸ ਕੇਸ ਦੇ ਵਿੱਚ ਕੋਈ ਵੀ ਕਰੰਟ ਨਜ਼ਰ ਨਹੀਂ ਆ ਰਿਹਾ। ਸੋ ਦੇਖੋ,
ਜਿਹੜੀ ਇਹ ਐਵਰੇਜ ਇਨੀਸ਼ੀਅਲ ਵੈਲੋਸਿਟੀ ਆ ਨਾ ਥਰਮਲ, ਇਹ ਕੀ ਆ, ਇਹ ਆ 0, ਇਹਦੀ ਵੈਲਿਊ 0 ਆ। ਜੇ u1 ਨਾਲ ਕੋਈ ਇੱਧਰ ਨੂੰ ਮੂਵ ਕਰ ਰਿਹਾ ਤੇ ਕੋਈ u2 ਨਾਲ ਇੱਧਰ ਵੀ ਕਰ ਰਿਹਾ, ਮੈਂ ਐਡ ਕਰਾਂਗਾ। ਜੇ ਮੰਨ ਲਓ ਇਹ 5 ਆ, ਇੱਧਰ ਵਾਲੀ 3 ਵਾ, 2 ਦਾ ਡਿਫਰੈਂਸ ਰਹਿ ਗਿਆ, ਤਾਂ ਹੋ ਸਕਦਾ ਕੋਈ ਹੋਰ ਇਲੈਕਟ੍ਰੋਨ 2 ਦਾ ਡਿਫਰੈਂਸ ਕੱਢ ਦੇ, ਠੀਕ ਹੈ ਨਾ। ਓਵਰਆਲ ਕੀ ਮਿਲਣਾ ਸਾਨੂੰ, ਓਵਰਆਲ ਸਾਨੂੰ ਇਹਦਾ ਰਿਜ਼ਲਟ ਕੀ ਮਿਲਣਾ ਵਾ, 0 ਮਿਲਣਾ ਵਾ। ਹੁਣ ਦੇਖੋ ਜੇਕਰ ਇਹ 0 ਵਾ ਤੇ ਸਾਡੇ ਕੋਲੋਂ ਉੱਪਰ ਵਾਲੀ ਇਕੁਏਸ਼ਨ ਕੀ ਬਣੀ, VD ਇਜ਼ ਇਕੁਅਲ ਟੂ A T1 T2 TN N। ਹੁਣ ਆਪਾਂ ਇਸ ਟਾਈਮ ਵਾਲੇ ਕਨਸੈਪਟ ਨੂੰ ਕਿਸ ਤਰੀਕੇ ਨਾਲ ਸਾਨੂੰ ਮੈਨੂਪੂਲੇਟ ਕਰੇਗਾ ਜਾਂ ਸਾਨੂੰ ਸਮਝ ਲੱਗੇਗੀ ਇਹਦੀ। ਹੁਣ ਦੇਖੋ T1 T2 TN, T1 ਕੀ ਆ, ਪਹਿਲੀ ਕੋਲੀਜ਼ਨ ਦਾ ਟਾਈਮ, ਫਿਰ ਦੂਸਰੀ ਕੋਲੀਜ਼ਨ ਦਾ ਟਾਈਮ, ਫਿਰ ਤੀਸਰੀ ਕੋਲੀਜ਼ਨ ਦਾ ਟਾਈਮ, ਤੇ ਇਹ ਕੀ ਆ, N ਐਵਰੇਜ। ਆਪਾਂ ਇਹਨੂੰ ਕੀ ਕਹਿੰਦੇ ਆ, ਆਪਾਂ ਇਹਨੂੰ ਲਿਖ ਲੈਂਦੇ ਆ A, ਤੇ ਮੈਂ ਇਹ ਸ਼ਬਦ ਨੂੰ ਯੂਜ਼ ਕਰਨ ਲੱਗਿਆ ਟਾਓ, ਮੈਂ ਥੋੜਾ ਜਿਹਾ ਵੱਡਾ ਬਣਾ ਲਿਆ ਟਾਓ। ਟਾਓ ਕੀ ਆ, ਟਾਓ ਨੂੰ ਆਪਾਂ ਕਹਿੰਦੇ ਆ ਰਿਲੈਕਸੇਸ਼ਨ ਟਾਈਮ, ਰਿਲੈਕਸੇਸ਼ਨ ਟਾਈਮ। ਰਿਲੈਕਸੇਸ਼ਨ ਟਾਈਮ ਕੀ ਆ, ਦੋ ਕੋਲੀਜ਼ਨ ਦੇ ਵਿਚਲਾ ਟਾਈਮ ਕੀ ਆ, ਰਿਲੈਕਸੇਸ਼ਨ ਟਾਈਮ ਆ। ਕਿਉਂਕਿ ਜਦੋਂ ਆਪਾਂ ਕਹਿੰਦੇ ਆ ਕਿ ਇੱਕ ਇਲੈਕਟ੍ਰੋਨ ਇੱਥੋਂ ਤੁਰਿਆ, ਬਾਅਦ 'ਚ ਇੱਥੇ ਜਾ ਕੇ B ਤੇ ਟਕਰਾਇਆ, ਤੇ ਇਹ ਜਿਹੜਾ ਇਹਦਾ A ਤੋਂ ਲੈ ਕੇ B ਤੱਕ ਦਾ ਟਾਈਮ ਆ, ਇਹਨੂੰ ਆਪਾਂ ਕੀ ਕਹਿੰਦੇ ਆ, ਇਹਦੇ ਵਿੱਚ ਉਹ ਕੀ ਆ, ਰਿਲੈਕਸ ਆ। ਇਹ ਰਿਲੈਕਸੇਸ਼ਨ ਟਾਈਮ ਆ ਦੋ ਕੋਲੀਜ਼ਨ ਦੇ ਵਿਚਲਾ, ਜਿਹੜਾ ਅਸੀਂ T1 ਕਹਿ ਰਹੇ ਸੀ ਨਾ। T1 ਕੀ ਸੀ, ਪਹਿਲੇ ਇਲੈਕਟ੍ਰੋਨ ਦਾ ਰਿਲੈਕਸੇਸ਼ਨ ਟਾਈਮ। ਕਿਉਂ, ਕਿਉਂਕਿ ਉਹ ਪਹਿਲੀ ਕੋਲੀਜ਼ਨ ਤੋਂ ਬਾਅਦ 'ਚ ਦੂਸਰੀ ਕੋਲੀਜ਼ਨ ਦੇ ਵਿੱਚ ਜਿੰਨਾ ਚਿਰ ਉਹ ਰਿਹਾ ਵਾ ਨਾ, ਪਹਿਲੀ ਕੋਲੀਜ਼ਨ ਤੋਂ ਬਾਅਦ ਵਿੱਚ ਦੂਸਰੀ ਤੋਂ ਪਹਿਲਾਂ, ਉਹ ਕੀ ਆ, ਉਹ ਰਿਲੈਕਸ ਰਿਹਾ ਵਾ। ਜਦੋਂ ਦੂਸਰੀ ਨਾਲ ਜਾ ਕੇ ਟਕਰਾ ਗਿਆ ਤੇ ਉਹ ਕੀ ਹੋਇਆ, ਉਹ ਜਾ ਕੇ ਉਹਦੀ ਸਪੀਡ ਘਟ ਗਈ ਆ, ਉਹ ਬਿਜ਼ੀ ਹੋ ਗਿਆ ਵਾ, ਉਹ ਰਿਲੈਕਸ ਨਹੀਂ ਰਿਹਾ। ਇਹ ਰਿਲੈਕਸੇਸ਼ਨ ਟਾਈਮ ਆ। ਤੇ ਆਪਾਂ ਕੀ ਕਹਿੰਦੇ ਆ, ਇਹ ਸਾਰਿਆਂ ਦਾ T1 T2 TN, ਇਹ ਸਾਰਿਆਂ ਦਾ ਰਿਲੈਕਸੇਸ਼ਨ ਟਾਈਮ ਜੋੜ ਲੈਂਦੇ ਆ, ਤੇ ਫਿਰ ਜਿੰਨੇ ਟੋਟਲ ਇਲੈਕਟ੍ਰੋਨ ਆ ਉਹਦੇ ਨਾਲ ਡਿਵਾਈਡ ਕਰ ਦਿੰਦੇ N ਦੇ ਨਾਲ, ਤੇ ਆਪਾਂ ਇਹਨੂੰ ਕੀ ਕਹਿ ਦਿੰਦੇ ਆ, ਟਾਓ ਕਹਿ ਦਿੰਦੇ ਆ। ਤੇ ਟਾਓ ਕੀ ਹੋ ਗਿਆ, ਰਿਲੈਕਸੇਸ਼ਨ ਟਾਈਮ, ਮਤਲਬ ਕੀ ਹੋ ਗਿਆ, ਐਵਰੇਜ ਟਾਈਮ ਹੋ ਗਿਆ ਸਾਰਿਆਂ ਦਾ। ਹੁਣ ਦੇਖੋ ਮੇਰੇ ਕੋਲੋਂ ਇਕੁਏਸ਼ਨ ਆ ਗਈ ਆ VD ਤੇ ਉੱਪਰ ਸਾਡੇ ਕੋਲੋਂ ਐਕਸਲਰੇਸ਼ਨ ਦੀ ਕੀ ਵੈਲਿਊ ਆਈ ਸੀ, -E ਕੈਪੀਟਲ E ਬਟਾ M ਟਾਓ। ਇਹ ਮੇਰੇ ਕੋਲੋਂ ਕੀ ਆਈ ਆ, ਡ੍ਰਿਫਟ ਵੈਲੋਸਿਟੀ ਦੀ ਇਕੁਏਸ਼ਨ ਆਈ ਆ। ਇਹਦੇ ਵਿੱਚ ਇੱਕ ਚੀਜ਼ ਦੇਖੋ, ਨੈਗੇਟਿਵ ਸਾਈਨ। ਨੈਗੇਟਿਵ ਸਾਈਨ ਮੈਨੂੰ ਇਹ ਸ਼ੋ ਕਰ ਰਿਹਾ ਵਾ ਕਿ ਡ੍ਰਿਫਟ ਵੈਲੋਸਿਟੀ ਦੀ ਜਿਹੜੀ ਡਾਇਰੈਕਸ਼ਨ ਆ ਤੇ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਆ, ਇਹ ਆਪੋਜ਼ਿਟ ਆ। ਇਹ ਚੀਜ਼ ਮੈਨੂੰ ਵੈਸੇ ਵੀ ਪਤਾ ਲੱਗ ਗਈ ਸੀ। ਦੇਖੋ ਜਦੋਂ ਮੈਂ ਅੰਦਰ ਕੰਡਕਟਰ ਰੱਖਿਆ ਸੀ ਤੇ ਇੱਧਰ ਪੋਜ਼ਿਟਿਵ ਰੋਡ ਆ, ਇੱਧਰ ਨੈਗੇਟਿਵ ਆ, ਤੇ ਇਲੈਕਟ੍ਰਿਕ ਫੀਲਡ ਦੀ ਡਾਇਰੈਕਸ਼ਨ ਕੀ ਆ, ਇੱਧਰ ਨੂੰ ਆ। ਤੇ ਡ੍ਰਿਫਟ ਸਪੀਡ ਕਿੱਧਰ ਨੂੰ ਹੋਣੀ ਆ, ਮੈਨੂੰ ਪਤਾ ਵਾ ਡ੍ਰਿਫਟ ਸਪੀਡ ਪੋਜ਼ਿਟਿਵ ਪਲੇਟ ਵੱਲ ਹੋਣੀ ਆ, ਉਹ ਇੱਧਰ ਨੂੰ ਹੋਣੀ ਆ। ਇਹ ਡਾਇਰੈਕਸ਼ਨ ਜਿਹੜੀ ਆ ਇਲੈਕਟ੍ਰਿਕ ਫੀਲਡ ਤੇ VD ਦੀ ਪੋਜ਼ਿਟਿਵ ਆਪੋਜ਼ਿਟ ਆ, ਇਸ ਕਰਕੇ ਨੈਗੇਟਿਵ ਸਾਈਨ ਆਇਆ ਵਾ, ਠੀਕ ਆ। ਹੁਣ ਦੇਖੋ ਇਹ ਜਿਹੜਾ ਰਿਲੈਕਸੇਸ਼ਨ ਟਾਈਮ ਆ, ਇਹ ਕਿਸੇ ਵੀ ਮੈਟਲ ਤੇ ਵਾਸਤੇ ਕਿਸੇ ਖਾਸ ਟੈਂਪਰੇਚਰ ਤੇ ਕੌਂਸਟੈਂਟ ਹੁੰਦਾ। ਜੇ ਮੈਂ ਕਹਾਂ ਕਾਪਰ ਆ, ਕਾਪਰ ਦਾ ਮੰਨ ਲਓ 30 ਡਿਗਰੀ ਸੈਲਸੀਅਸ ਤੇ ਰਿਲੈਕਸੇਸ਼ਨ ਟਾਈਮ ਕੀ ਆ, ਕੌਂਸਟੈਂਟ ਆ। ਇਹ ਜਿਹੜਾ ਰਿਲੈਕਸੇਸ਼ਨ ਟਾਈਮ ਆ ਨਾ, ਇਹ ਟੈਂਪਰੇਚਰ ਵਧਣ ਦੇ ਨਾਲ ਕੀ ਹੁੰਦਾ ਵਾ, ਘਟ ਜਾਂਦਾ ਵਾ। ਮਤਲਬ ਇਹਦਾ ਇਸ ਰਿਲੈਕਸੇਸ਼ਨ ਟਾਈਮ ਦਾ ਟੈਂਪਰੇਚਰ ਦੇ ਨਾਲ ਕੀ ਰਿਲੇਸ਼ਨ ਆ, 1/T। T ਕੀ ਆ, ਟੈਂਪਰੇਚਰ, 1/T। ਟੈਂਪਰੇਚਰ ਵਧਣ ਦੇ ਨਾਲ ਕਿਉਂ ਰਿਲੈਕਸੇਸ਼ਨ ਟਾਈਮ ਘਟ ਜਾਂਦਾ ਵਾ, ਮੈਂ ਇਹ ਵੀ ਚੀਜ਼ ਇੱਥੇ ਦੱਸ ਹੀ ਦਿੰਦਾ ਵਾ ਕਿ ਮੰਨ ਲਓ ਇੱਥੇ ਮੈਂ ਡਾਇਗਰਾਮ ਇਹਦੀ ਬਣਾ ਦਿੰਦਾ। ਮੈਨੂੰ ਥੋੜਾ ਜਿਹਾ ਡਾਇਗਰਾਮਾਂ ਬਣਾ ਕੇ ਜਲਦੀ ਮਿਟਾਣੀਆਂ ਪੈ ਰਹੀਆਂ ਵਾ, ਥੋੜਾ ਬੋਰਡ ਦੀ ਸ਼ਾਰਟੇਜ ਆ। ਹੁਣ ਦੇਖੋ ਮੈਂ ਕਹਿ ਰਿਹਾ ਵਾਂ ਕਿ ਰਿਲੈਕਸੇਸ਼ਨ ਟਾਈਮ RT, ਇਹ ਜਿਹੜਾ ਇਨਵਰਸਲੀ ਪ੍ਰਪੋਰਸ਼ਨਲ ਆ ਟੈਂਪਰੇਚਰ ਆਫ ਦਾ ਕੰਡਕਟਰ। ਇੱਧਰ ਦੇਖੋ ਇਹ ਕੰਡਕਟਰ ਮੰਨ ਲਓ ਇਹ ਹੈਗਾ 27 ਡਿਗਰੀ ਸੈਲਸੀਅਸ ਤੇ। ਹੁਣ ਇਹਦੇ ਇਲੈਕਟ੍ਰੋਨ ਜਿਹੜੇ ਐਵਰੇਜ ਜਿਹੜਾ ਉਹਨਾਂ ਦਾ ਰਿਲੈਕਸੇਸ਼ਨ ਟਾਈਮ ਆ, ਉਹ ਮੰਨ ਲਓ ਕਿੰਨਾ ਵਾ, ਟਾਓ। ਤੇ ਜੇ ਮੈਂ ਇਹਨੂੰ ਹੀਟ ਦੇ ਦੂੰਗਾ ਨਾ, ਇਹਦਾ ਟੈਂਪਰੇਚਰ ਵਧਾ ਦੂੰਗਾ, ਟੈਂਪਰੇਚਰ ਵਧਣ ਦੇ ਨਾਲ ਕੀ ਹੋ ਜਾਣਾ ਵਾ, ਇਹਦੇ ਜਿਹੜੇ ਐਟਮਸ ਆ
ਉਹਨਾਂ ਵਿੱਚੋਂ ਹੋਰ ਜ਼ਿਆਦਾ ਇਲੈਕਟ੍ਰੋਨ ਫ੍ਰੀ ਹੋ ਜਾਣੇ ਆ। ਥਰਮਲ એનર્ਜੀ ਮਿਲ ਜਾਣੀ ਨਾ ਜ਼ਿਆਦਾ, ਤੇ ਇਲੈਕਟ੍ਰੋਨ ਹੋਰ ਜ਼ਿਆਦਾ ਫ੍ਰੀ ਹੋ ਜਾਣੇ ਆ। ਜੇ 27 ਡਿਗਰੀ ਸੈਲਸੀਅਸ ਤੇ ਇਹਦੇ ਅੰਦਰ ਮੰਨ ਲਓ 500 ਇਲੈਕਟ੍ਰੋਨ ਸੀ ਉਦਾਹਰਨ ਦੇ ਤੌਰ ਤੇ ਜੇ ਮੈਂ ਇਹਦਾ ਟੈਂਪਰੇਚਰ ਵਧਾ ਦਾਂ ਤੇ ਟੈਂਪਰੇਚਰ ਵਧਣ ਤੇ ਮੰਨ ਲਓ ਇਹਦਾ ਟੈਂਪਰੇਚਰ ਹੋ ਗਿਆ 35 ਡਿਗਰੀ ਸੈਲਸੀਅਸ। ਟੈਂਪਰੇਚਰ ਵਧਣ ਦੇ ਨਾਲ ਕੀ ਹੋ ਜਾਣਾ ਵਾ, ਇਹ ਜਿਹੜੇ ਇਲੈਕਟ੍ਰੋਨ ਆ ਇਹ ਹੋਰ ਜ਼ਿਆਦਾ ਫ੍ਰੀ ਹੋ ਜਾਣੇ ਆ। ਇਹ ਕਿੰਨੇ ਹੋ ਗਏ, ਮੰਨ ਲਓ ਉਦਾਹਰਨ ਤੌਰ ਤੇ 800 ਹੋ ਗਏ। ਤੇ ਜੇ ਜ਼ਿਆਦਾ ਇਲੈਕਟ੍ਰੋਨ ਫ੍ਰੀ ਹੋ ਗਏ ਟੈਂਪਰੇਚਰ ਵਧਣ ਦੇ ਨਾਲ, ਉਹ ਤੇ ਵੈਸੇ ਵੀ ਸੁਭਾਵਿਕ ਹੀ ਸਾਨੂੰ ਪਤਾ ਵਾ ਕਿ ਜਦੋਂ ਮੈਟਲ ਦਾ ਟੈਂਪਰੇਚਰ ਵਧਣਾ ਵਾ ਤੇ ਉਹਦੇ ਵਿੱਚੋਂ ਜ਼ਿਆਦਾ ਇਲੈਕਟ੍ਰੋਨ ਫ੍ਰੀ ਹੋ ਜਾਣੇ ਆ, ਕਿਉਂਕਿ ਹੁਣ ਜ਼ਿਆਦਾ ਥਰਮਲ એનર્ਜੀ ਮਿਲ ਗਈ ਆ, ਜ਼ਿਆਦਾ ਹੀਟ ਮਿਲ ਗਈ ਆ। ਤੇ ਜ਼ਿਆਦਾ ਇਲੈਕਟ੍ਰੋਨ ਵਧਣ ਦੇ ਨਾਲ ਕੀ ਹੋ ਜਾਣਾ ਵਾ, ਦੋ ਕੋਲੀਜ਼ਨ ਦੇ ਵਿਚਲਾ ਸਮਾਂ ਘੱਟ ਜਾਣਾ, ਕਿਉਂਕਿ ਭੀੜ ਜ਼ਿਆਦਾ ਪੈ ਗਈ। ਜੇ ਭੀੜ ਜ਼ਿਆਦਾ ਪੈ ਗਈ, ਅੱਗੇ ਇੱਕ ਇਲੈਕਟ੍ਰੋਨ 1 ਸੈਕਿੰਡ ਬਾਅਦ ਦੂਜੇ ਇਲੈਕਟ੍ਰੋਨ ਨਾਲ ਟਕਰਾਉਂਦਾ ਹੈ, ਹੁਣ ਭੀੜ ਵੱਧ ਗਈ ਆ। ਹੁਣ ਕੀ ਆ, ਹੁਣ ਹੋ ਸਕਦਾ ਅੱਧੇ ਸੈਕਿੰਡ ਬਾਅਦ ਹੀ ਦੂਜੇ ਨਾਲ ਟਕਰਾ ਜਾਂਦਾ ਵਾ। ਤੇ ਫਿਰ ਆਪਾਂ ਕੀ ਕਹਿ ਸਕਦੇ ਹਾਂ, ਫਿਰ ਆਪਾਂ ਇਹ ਕਹਿ ਸਕਦੇ ਹਾਂ ਕਿ ਟੈਂਪਰੇਚਰ ਵਧਣ ਦੇ ਨਾਲ ਰਿਲੈਕਸੇਸ਼ਨ ਟਾਈਮ ਘੱਟ ਜਾਣਾ ਵਾ। ਤੇ ਰਿਲੈਕਸੇਸ਼ਨ ਟਾਈਮ ਮੈਂ ਪਹਿਲਾਂ ਹੀ ਦੱਸਿਆ, ਰਿਲੈਕਸੇਸ਼ਨ ਟਾਈਮ ਕੀ ਆ ਕਿ ਜਦੋਂ ਮੰਨ ਲਓ ਇੱਕ ਇਲੈਕਟ੍ਰੋਨ ਫ੍ਰੀ ਹੋਇਆ, ਇਹ ਜਿੰਨਾ ਚਿਰ ਤੱਕ ਦੂਸਰੇ ਇਲੈਕਟ੍ਰੋਨ ਦੇ ਨਾਲ ਜਾ ਕੇ ਵੱਜਦਾ ਨਹੀਂ ਆ। ਹੁਣ ਜਦੋਂ ਮਤਲਬ ਇੱਥੋਂ ਫ੍ਰੀ ਹੋਇਆ, ਇੱਥੇ ਕਿਸੇ ਨਾਲ ਕੋਲੀਜ਼ਨ ਕੀਤੀ, ਇੱਥੇ ਕਿਸੇ ਨਾਲ ਕੋਲੀਜ਼ਨ ਕੀਤੀ, ਜਾ ਕੇ ਫਿਰ ਦੂਸਰੇ ਨਾਲ ਕੋਲੀਜ਼ਨ ਕੀਤੀ, ਫਿਰ ਅੱਗੇ ਜਾ ਕੇ ਤੀਸਰੇ ਨਾਲ ਕੋਲੀਜ਼ਨ ਕੀਤੀ। ਇਹ ਜਿਹੜਾ ਟਾਈਮ ਆ T1 T2 ਪਹਿਲੀ ਕੋਲੀਜ਼ਨ ਦੇ ਵਿਚਲਾ, ਮਤਲਬ ਪਹਿਲੀ ਕੋਲੀਜ਼ਨ ਇੱਥੇ ਸੀ ਇਹਦੇ ਤੇ ਇਹਦੇ ਵਿੱਚ, ਫਿਰ ਇਹਦੇ ਤੇ ਇਹਦੇ ਵਿੱਚ ਕੋਲੀਜ਼ਨ ਹੋਈ। ਇਹ ਜਿਹੜਾ ਟਾਈਮ ਆ ਇਹ ਘਟ ਜਾਣਾ ਵਾ। ਕਿਉਂ ਘਟ ਜਾਣਾ ਵਾ? ਕਿਉਂਕਿ ਇਲੈਕਟ੍ਰੋਨ ਬਾਹਰੋਂ ਹੋਰ ਨਵੇਂ ਆ ਗਏ, ਜ਼ਿਆਦਾ ਇਲੈਕਟ੍ਰੋਨ ਆਉਣ ਕਰਕੇ T1 ਕਿੰਨਾ ਕੁ ਰਹਿ ਗਿਆ, ਇੰਨਾ ਕੁ ਰਹਿ ਗਿਆ। ਕਿਉਂਕਿ ਜਿੰਨੀ ਜ਼ਿਆਦਾ ਭੀੜ ਵੱਧ ਜਾਏਗੀ ਨਾ, ਸਾਨੂੰ ਪਤਾ ਵਾ ਟੈਂਪਰੇਚਰ ਵਧਣ ਦੇ ਨਾਲ, ਕਿਸੇ ਵੀ ਸੈਂਪਲ ਦਾ ਟੈਂਪਰੇਚਰ ਵਧਣ ਦੇ ਨਾਲ ਉਹਦੇ ਜ਼ਿਆਦਾ ਇਲੈਕਟ੍ਰੋਨ ਫ੍ਰੀ ਹੋ ਜਾਣੇ ਆ। ਤੇ ਜ਼ਿਆਦਾ ਫ੍ਰੀ ਹੋ ਗਏ ਤੇ ਭੀੜ ਵੱਧ ਗਈ, ਤੇ ਜੇ ਭੀੜ ਵੱਧ ਗਈ ਤੇ ਫਿਰ ਟੱਕਰਾਂ ਵੀ ਛੇਤੀ ਛੇਤੀ ਹੋਣਗੀਆਂ, ਤੇ ਜੇ ਟੱਕਰਾਂ ਵੀ ਛੇਤੀ ਛੇਤੀ ਹੋਣਗੀਆਂ ਤੇ ਫਿਰ ਰਿਲੈਕਸੇਸ਼ਨ ਟਾਈਮ ਵੀ ਘੱਟ ਜਾਣਾ। ਰਿਲੈਕਸੇਸ਼ਨ ਟਾਈਮ ਤੁਸੀਂ ਇੰਗਲਿਸ਼ ਦੇ ਸ਼ਬਦ ਤੋਂ ਹੀ ਲਓ, ਰਿਲੈਕਸ ਹੋਣਾ, ਮਤਲਬ ਕਿੰਨਾ ਚਿਰ ਰਿਲੈਕਸ ਵਾ ਇਲੈਕਟ੍ਰੋਨ, ਉਹਨਾਂ ਚਿਰ ਤੱਕ ਹੀ ਰਿਲੈਕਸ ਆ ਜਿੰਨਾ ਚਿਰ ਤੱਕ ਅੱਗੇ ਨਹੀਂ ਜਾ ਕੇ ਕਿਸੇ ਨਾਲ ਵੱਜਦਾ। ਤੇ ਜੇ ਭੀੜ ਵੱਧ ਗਈ ਤੇ ਫਿਰ ਛੇਤੀ ਛੇਤੀ ਵੱਜਣ ਡੈ ਪੈਣਾ, ਫਿਰ ਤੇ ਉਹਦੀ ਰਿਲੈਕਸੇਸ਼ਨ ਟਾਈਮ ਘੱਟ ਹੀ ਜਾਣਾ। ਸੋ ਇਹ ਵੀ ਇੱਥੇ ਕਨਸੈਪਟ ਯਾਦ ਰੱਖਣਾ ਕਿ ਜਿਹੜਾ ਰਿਲੈਕਸੇਸ਼ਨ ਟਾਈਮ ਆ ਉਹ ਟੈਂਪਰੇਚਰ ਦੇ ਉੱਪਰ ਕਿਵੇਂ ਡਿਪੈਂਡ ਕਰਦਾ ਵਾ। ਮੈਟਲ ਦੇ ਵਿੱਚ ਹਮੇਸ਼ਾ ਯਾਦ ਰੱਖਣਾ ਕਿ ਕੰਡਕਟਰ ਜਾਂ ਮੈਟਲ ਦੇ ਵਿੱਚ ਜਦੋਂ ਟੈਂਪਰੇਚਰ ਵੱਧ ਜਾਂਦਾ ਵਾ ਨਾ, ਉਦੋਂ ਜ਼ਿਆਦਾ ਇਲੈਕਟ੍ਰੋਨ ਫ੍ਰੀ ਹੋ ਜਾਂਦੇ ਆ, ਤੇ ਜ਼ਿਆਦਾ ਇਲੈਕਟ੍ਰੋਨ ਫ੍ਰੀ ਹੋਣ ਦੇ ਨਾਲ ਉਹਦਾ ਜਿਹੜਾ ਰਿਲੈਕਸੇਸ਼ਨ ਟਾਈਮ ਘੱਟ ਜਾਂਦਾ ਵਾ। ਕਿਉਂਕਿ ਜ਼ਿਆਦਾ ਇਲੈਕਟ੍ਰੋਨ ਫ੍ਰੀ ਹੋਣ ਦੇ ਨਾਲ ਕੀ ਆ, ਕੋਲੀਜ਼ਨਸ ਵੱਧ ਜਾਣੀਆਂ, ਛੇਤੀ ਛੇਤੀ ਕੋਲੀਜ਼ਨ ਹੋਣੀ ਸ਼ੁਰੂ ਹੋ ਜਾਣੀ ਆ। ਤੇ ਜੇ ਛੇਤੀ ਛੇਤੀ ਕੋਲੀਜ਼ਨ ਹੋਣੀ ਸ਼ੁਰੂ ਹੋ ਗਈ ਤੇ ਫਿਰ ਐਵਰੇਜ ਟਾਈਮ ਵੀ ਤੇ ਰਿਲੈਕਸੇਸ਼ਨ ਦਾ ਘਟ ਗਿਆ। ਜੇ ਇਕੱਲੇ ਇਕੱਲੇ ਦਾ ਘਟ ਗਿਆ ਤੇ ਫਿਰ ਸਾਰੇ ਦਾ ਵੀ ਘਟ ਗਿਆ। ਸੋ ਇੱਕ ਗੱਲ ਯਾਦ ਇੱਥੇ ਇਹ ਵੀ ਰੱਖੋ ਕਿ ਕਿਸੇ ਖਾਸ ਟੈਂਪਰੇਚਰ ਤੇ ਕਿਸੇ ਵੀ ਮੈਟਲ ਜਾਂ ਕਿਸੇ ਵੀ ਕੰਡਕਟਰ ਦਾ ਜਿਹੜਾ ਰਿਲੈਕਸੇਸ਼ਨ ਟਾਈਮ ਆ ਉਹ ਕੀ ਹੁੰਦਾ ਵਾ, ਕੌਨਸਟੈਂਟ ਹੁੰਦਾ ਵਾ। ਹੁਣ ਦੇਖੋ ਇਹਦੇ ਵਿੱਚ ਇੱਕ ਬਹੁਤ ਹੀ ਇੰਪੋਰਟੈਂਟ ਕਨਸੈਪਟ ਆਇਆ ਵਾ, ਉਹ ਕੀ ਆ, E ਕੌਨਸਟੈਂਟ ਆ, ਇਲੈਕਟ੍ਰਿਕ ਫੀਲਡ ਕੌਨਸਟੈਂਟ ਆ, ਮਾਸ ਕੌਨਸਟੈਂਟ ਆ, ਤੇ ਆਪਾਂ ਇਹ ਵੀ ਕਹਿਤਾ ਕਿ ਰਿਲੈਕਸੇਸ਼ਨ ਟਾਈਮ ਵੀ ਕੌਨਸਟੈਂਟ ਆ। ਇਹਦਾ ਮਤਲਬ ਫਿਰ VD ਵੀ ਕੌਨਸਟੈਂਟ ਹੋ ਗਈ, ਠੀਕ ਆ ਨਾ। ਹੁਣ ਦੇਖੋ ਮੇਰਾ ਸਵਾਲ ਇਹ ਆ, ਇਹ ਸਾਰੇ ਪੈਰਾਮੀਟਰ ਜਿਹੜੇ ਆ ਕੌਨਸਟੈਂਟ ਆ, ਛੋਟੀ E ਵੀ ਕੌਨਸਟੈਂਟ ਆ, ਵੱਡੀ E ਵੀ ਕੌਨਸਟੈਂਟ ਆ, ਟਾਓ ਵੀ ਕੌਨਸਟੈਂਟ ਆ, ਤੇ M ਵੀ ਕੌਨਸਟੈਂਟ ਆ, ਮਾਸ ਆਫ ਇਲੈਕਟ੍ਰੋਨ ਵੀ ਕੌਨਸਟੈਂਟ ਆ, ਚੇਂਜ ਤੇ ਹੋਣਾ ਹੀ ਨਹੀਂ। ਤੇ ਦੂਜੇ ਪਾਸੇ ਜੇ ਆਪਾਂ ਅੰਦਾਜ਼ਾ ਲਗਾਈਏ ਵੀ ਫਿਰ ਤੇ VD ਕੌਨਸਟੈਂਟ ਹੋ ਗਈ ਨਾ। ਤੇ ਇੱਕ ਪਾਸੇ ਆਪਾਂ ਇਹ ਵੀ ਗੱਲ ਕਹੀ ਹੋਈ ਆ ਕਿ ਐਕਸਲਰੇਸ਼ਨ ਕਿੰਨੀ ਆ, ਐਕਸਲਰੇਸ਼ਨ -E। ਹੁਣ ਦੇਖੋ ਦੋ ਗੱਲਾਂ, ਇੱਕ ਉਲਝਣ ਪੈਦਾ ਹੋ ਗਈ। ਤੁਸੀਂ ਆਪ ਸੋਚੋ, ਇੱਕ ਪਾਸੇ ਅਸੀਂ ਕਹਿੰਦੇ ਆ ਕਿ ਇਲੈਕਟ੍ਰੋਨ ਦੇ ਉੱਪਰ ਐਕਸਲਰੇਸ਼ਨ ਲੱਗਦੀ ਆ, ਜੇ ਲੱਗਦੀ ਆ ਫਿਰ ਤੇ ਵੈਲੋਸਿਟੀ ਨੂੰ ਚੇਂਜ ਹੋਣਾ ਚਾਹੀਦਾ। ਪਰ ਜਦੋਂ ਵੈਲੋਸਿਟੀ ਦੀ ਇਕੁਏਸ਼ਨ ਦੇਖਦੇ ਆ ਤੇ ਉਹ ਸਾਰੇ ਕੌਨਸਟੈਂਟ ਪੈਰਾਮੀਟਰ ਵਾ, ਤੇ ਉਹ ਤੋਂ ਸਾਨੂੰ ਸਮਝ ਲੱਗਣ ਡਈ ਆ ਕਿ ਡ੍ਰਿਫਟ ਵੈਲੋਸਿਟੀ ਤੇ ਕੌਨਸਟੈਂਟ ਆ। ਤੇ ਇੱਥੇ ਸਾਨੂੰ ਕਿਹਾ ਜਾ ਰਿਹਾ ਵਾ ਕਿ ਇਹਨਾਂ ਇਲੈਕਟ੍ਰੋਨਸ ਦੇ ਉੱਪਰ ਐਕਸਲਰੇਸ਼ਨ ਲੱਗਦੀ ਆ। ਹੁਣ ਐਕਸਲਰੇਸ਼ਨ ਵੀ ਲੱਗਦੀ ਆ, ਮੇਰਾ ਕੁਐਸਚਨ ਆ, ਐਕਸਲਰੇਸ਼ਨ ਵੀ ਲੱਗਦੀ ਆ, ਪਰ ਸਾਨੂੰ ਇਹ ਫਾਰਮੂਲਾ ਕਹਿ ਰਿਹਾ ਵਾ ਕਿ ਡ੍ਰਿਫਟ ਵੈਲੋਸਿਟੀ ਕੌਨਸਟੈਂਟ ਆ। ਇਹ ਕਿੱਦਾਂ ਹੋ ਸਕਦਾ ਵਾ ਕਿ ਐਕਸਲਰੇਸ਼ਨ ਵੀ ਲੱਗ ਰਹੀ ਆ ਤੇ ਵੈਲੋਸਿਟੀ ਵੀ ਵੱਧ ਨਹੀਂ ਰਹੀ? ਕਨਸੈਪਟ ਤੇ ਹੋ ਗਿਆ ਨਾ ਇੱਕ। ਹੁਣ ਇਹਨੂੰ ਤੁਸੀਂ ਕਿਵੇਂ ਸਮਝੋਗੇ? ਐਕਸਲਰੇਸ਼ਨ ਲੱਗ ਰਹੀ ਆ, ਵੈਲੋਸਿਟੀ ਨਹੀਂ ਵੱਧ ਰਹੀ,
ਹੁਣ ਦੇਖੋ ਜਿਵੇਂ ਆਪਾਂ ਦੋ ਇਕੁਏਸ਼ਨਸ ਡਰਾਈਵ ਕਰ ਲਈਆਂ ਵਾ, ਆਪਾਂ ਇਹ ਵੀ ਪਤਾ ਕਰ ਲਿਆ ਕਿ ਜਦੋਂ ਕਿਸੇ ਕੰਡਕਟਰ ਨੂੰ ਜਾਂ ਜਦੋਂ ਕਿਸੇ ਤਾਰ ਨੂੰ ਆਪਾਂ ਸਰਕਟ ਦੇ ਵਿੱਚ ਲਗਾਉਂਦੇ ਆ, ਆਪਾਂ ਇਹ ਕਿਹਾ ਕਿ ਮੰਨ ਲਓ ਇਹ ਕੋਈ ਸਰਕਟ ਦੇ ਵਿੱਚ ਲਗਾਇਆ, ਪੋਜ਼ਿਟਿਵ ਨੈਗੇਟਿਵ ਵਾਲੀ ਛੋਟੀ ਰੱਖਣੀ ਹੈ, ਤੇ 10th ਕਲਾਸ 'ਚ ਵੀ ਪਤਾ ਵਾ ਪੋਜ਼ਿਟਿਵ ਨੈਗੇਟਿਵ। ਵੈਸੇ ਮੈਂ ਸੈੱਲ ਲਗਾ ਲਿਆ ਵਾ, ਬੈਟਰੀ ਲਗਾਉਣੀ ਤੇ ज़्यादा डंडे रख सकते हैं। हुण देखो एक गल तो ये जरूर समझना, जो मैं यह चीज़ थोड़ी जी वड्डी बनाई है ना आ जिहड़ी, इहदा मतलब ये नहीं आ भी इत्थे मैं कोई चौड़ा कंडक्टर लगाया वा जां कोई वाइड एरिए का लाया वा जिहदा एरिया ऑफ क्रॉस सैक्शन ज़्यादा वा। ये सिर्फ समझाउण वास्ते आ। ये सर्किट की आ, ये सर्किट इहो ही आ, मतलब तार लाई हुई आ, इत्थे बैटरी लगाई हुई आ इस तरीके नाल। हुण मैं समझाउण वास्ते की कीता, इन्ना का पार्ट जूम कर लिया कि तुहानूं लिआओ इहदे अंदर इलैक्ट्रॉन्स का मोशन विखाउणा वा कि इहदे अंदर इलैक्ट्रॉन किवें बनदे आ। ते इहदे तो मैं उपर वाली डायग्राम बना ली कि मान लो ये साडी डायग्राम आ, ठीक है ना। समझण वास्ते आपां इस तरीके की डायग्राम बनाई हुई आ। हुण देखो आपां कहने आ कि ये बैटरी लगाई आ, बैटरी ने भी इलैक्ट्रिक फील्ड ही देना, ठीक है ना। ये बैटरी लगाई तो बैटरी ने फोर्स लाउणी आ, इलैक्ट्रोमोटिव फोर्सिस लाउणियां वा। तो जे फोर्स लगनी आ, जे आ पॉजिटिव आ तो यह वाले मतलब पॉजिटिव तो यह वाले ने नैगेटिव, क्योंकि साडा हुण जिहड़ा वा एरिया ऑफ इंटरस्ट की आ इन्ना का, क्योंकि असीं इन्ना क जूम कर लिया। तो जे जूम कर लिया इत्थे पॉजिटिव आ तो इत्थे नैगेटिव आ, ठीक आ। तो इस पॉजिटिव ने इलैक्ट्रॉन्स ते फोर्स लाउणी आ, तो फोर्स लाउणी आ तो असीं पढ़िया इन्नी एक्सलरेशन आउणी आ। तो दूसरे पासे जदों असीं सारे इलैक्ट्रॉन्स दे मोशन नूं समझिया, तो जदों मोशन नूं समझिया तो साडे कोलों उन्हां दी एवरेज स्पीड की आई, ड्रिफ्ट स्पीड साडे कोलों की आई, ए वाली आई। हुण ये वाली ड्रिफ्ट स्पीड दे सारे पैरामीटर चैक कीते। मैं क्या कि मास ऑफ इलैक्ट्रॉन कॉन्सटेंट आ, मास ऑफ इलैक्ट्रॉन कॉन्सटेंट आ, चार्ज ऑन इलैक्ट्रॉन कॉन्सटेंट आ, अपलाइड फील्ड कॉन्सटेंट आ। मतलब हुण जिहड़ी तुसीं बैटरी लाई आ घड़ी के पिछों बदलोगे इतनी, चाहे तो ये बैटरी इलैक्ट्रिक फील्ड बनाउंदी पई आ ते चाहे तुसीं प्लेटां लाइयां होईयां वा, किसी भी तरीके नाल तुसीं इलैक्ट्रिक फील्ड दे रहे जो। ते किसी मैं भी गल कही आ वी किसी मैटल दे वास्ते किसी खास टैंपरेचर दे उपर उहदा जिहड़ा रिलैक्सेशन टाइम आ वो की आ, वो भी कॉन्सटेंट आ। हुण देखो जे इधर सारियां ही चीज़ां कॉन्सटेंट आ तो फिर मैं ये कह सकदा वा ना कि वी कॉन्सटेंट वैल्यू आ। तो जे कॉन्सटेंट आ तो फिर मैं कह सकदा वा कि यूनीफॉर्म होएगी, मतलब ड्रिफ्ट वेलोसिटी जिहड़ी आ वो यूनीफॉर्म होएगी। हुण क्वेश्चन तो मेरा ये हो गया ना कि एक्सलरेशन दे हुंदियां होयां वी यूनीफॉर्म किवें रह सकती आ। इहदा कारण देखो की आ, जदों आपां गल करदे आ ना कि साडे कोलों एक सैंपल आ, मैं इहदे नालों थोड़ा जिहा होर वड्डा बना लैना, तो इस सैंपल दे विच हो की रहा वा, इस सैंपल दे विच हो रहा वा कि एटम्स इत्थों इलैक्ट्रॉन निकलिया इत्थे टकराया, ए तो निकलिया बी ते टकराया, बी तो सी ते टकराया, सी तो डी ते टकराया। तो जेकर आपां इहदे ते फील्ड लगाता, मतलब पॉजिटिव लगाता जां इहनूं बैटरी लगाती, बैटरी लगाया की होना वा, ये चीज़ होनी आ, इत्थों इत्थे टकराया ए तो बी ते, फिर सी ते टकराया, फिर डी ते टकराया, फिर ई ते टकराया। इस तरीके नाल इन्हां दा जिहड़ा टाइम हुंदा ना टकराउण दा, ये की आ, बहुत थोड़ा हुंदा। हुण जे बहुत थोड़ा वा, इहदा मतलब इत्थों तुरिया तो स्पीड वधनी स्टार्ट होई। स्पीड कित्थों तक वधनी आ, फोर्स लग रही आ, स्पीड बी तक वधनी आ, बी ते जाके टकरा गया। तो ये जिहड़ा समा वा ए तो लैके बी तक पहुँचण दा, इनू असीं इस इलैक्ट्रॉन दा रिलैक्सेशन टाइम कह रहे हैं। तो इहदे विच फोर्स लगण ते बाहरों फोर्स ते लगदी पई आ, जिन्नी फोर्स लगदी पई आ उन्ने इहदी एक्सलरेशन बना देनी आ। ते इस एक्सलरेशन नूं असीं की बोलदे आ, इंस्टैंटेनियस एक्सलरेशन। इंस्टैंटेनियस आपां कदों बोलदे आ, मौके दी। जिवें असीं कहने आ असीं मोटरसाइकिल ते घरों स्कूले जा रहे हैं, हुण असीं ये तो कह नहीं सकते कि असीं यूनीफॉर्म एक्सलरेशन दे नाल मूव करते पे हैं। कदी असीं स्लो भी हुंदे आ, कदी असीं तेज़ भी हुंदे आ, कदी असीं रुकदे भी आ। ते हुण जे तुहानूं कहा जावे तुसीं मोटरसाइकिल ते बैठे जो,
ਤੁਸੀਂ ਜਾਂ ਸਪੀਡ ਦੀ ਗੱਲ ਕਰੋ ਜਾਂ ਐਕਸਲਰੇਸ਼ਨ ਦੀ ਗੱਲ ਕਰੋ, ਐਕਸਲਰੇਸ਼ਨ ਮੀਟਰ ਤੇ ਚਲੋ ਮੋਟਰਸਾਈਕਲ ਤੇ ਹੁੰਦਾ ਹੀ ਨਹੀਂ। ਜੇ ਆਪਾਂ ਸਪੀਡ ਦੀ ਗੱਲ ਕਰ ਲੈਂਦੇ ਆ, ਤੁਸੀਂ ਮੌਕੇ ਤੇ ਸਪੀਡ ਤੇ ਵੇਖੀ ਐਕਟਿਵਾ ਤੇ ਜਾਂ ਬਾਈਕ ਤੇ ਕਿੰਨੀ ਆ, 50 ਆ। ਫਿਰ ਥੋੜ੍ਹੇ ਸਮੇਂ ਬਾਅਦ ਦੇਖੀ ਕਿੰਨੀ ਆ, 20 ਆ। ਉਹ ਜਿਹੜੀ 50 ਤੇ ਉਹ 20 ਕੀ ਆ, ਇੰਸਟੈਂਟੇਨੀਅਸ ਆ, ਮਤਲਬ ਉਸ ਵੇਲੇ ਦੀ ਵੈਲੋਸਿਟੀ ਜਾਂ ਐਕਸਲਰੇਸ਼ਨ ਆ। ਹੁਣ ਦੇਖੋ ਇਹ ਜਿਹੜੀ A ਤੋਂ ਲੈ ਕੇ B ਤੱਕ ਇਲੈਕਟ੍ਰੋਨ ਬਹੁਤ ਜਲਦੀ ਟਕਰਾ ਜਾਂਦਾ ਤੇ ਇਸ ਐਕਸਲਰੇਸ਼ਨ ਨੂੰ ਆਪਾਂ ਕੀ ਕਹਿ ਦਿੰਦੇ ਆ, ਇੰਸਟੈਂਟੇਨੀਅਸ ਐਕਸਲਰੇਸ਼ਨ। ਹੁਣ ਤੁਸੀਂ ਇਹ ਗੱਲ ਸਮਝੋ, ਇਹਦੇ ਤੇ ਫੋਰਸ ਵੀ ਲੱਗ ਰਹੀ ਆ ਤੇ ਇਹਦੇ ਵਿੱਚ ਹੋ ਕੀ ਰਿਹਾ ਵਾ, ਇਹ ਬਹੁਤ ਜਲਦੀ ਇੱਥੋਂ A ਤੋਂ ਤੇਜ਼ ਸਪੀਡ ਨਾਲ ਆਇਆ, B ਤੇ ਫਿਰ ਸਲੋ ਹੋ ਗਿਆ, B ਤੋਂ ਫਿਰ ਤੇਜ਼ੀ ਨਾਲ ਵਧਿਆ, C ਤੇ ਫਿਰ ਸਲੋ ਹੋ ਗਿਆ। ਮਤਲਬ ਐਕਸਲਰੇਸ਼ਨ ਲੱਗਣ ਡਈ ਆ, ਪਰ ਸਪੀਡ ਜਿਹੜੀ ਆ ਲਗਾਤਾਰ ਕੋਲੀਜ਼ਨ ਦੇ ਨਾਲ ਘਟਦੀ ਜਾਂਦੀ ਆ। ਫੋਰਸ ਜਿਹੜੀ ਬਾਹਰੋਂ ਫੋਰਸ ਕਹਿੰਦੀ ਆ ਸਪੀਡ ਨੂੰ ਵਧਾ, ਪਰ ਅੰਦਰ ਕੋਲੀਜ਼ਨਸ ਇੰਨੀਆਂ ਗਾ ਕਿ ਸਪੀਡ ਵੱਧ ਨਹੀਂ ਪਾਉਂਦੀ, ਇੱਕ ਦੂਜੇ ਦੇ ਨਾਲ ਕੋਲਾਈਡ ਕਰਦੇ ਰਹਿੰਦੇ ਆ, ਕੋਲਾਈਡ ਕਰਦੇ ਰਹਿੰਦੇ ਆ। ਤੇ ਆਪਾਂ ਇੱਕ ਐਵਰੇਜ ਸਪੀਡ ਕੱਢੀ ਹੋਈ ਆ ਤੇ ਉਹ ਐਵਰੇਜ ਸਪੀਡ ਸਾਡੀ ਕੀ ਹੈ, ਡ੍ਰਿਫਟ ਸਪੀਡ ਆ, ਤੇ ਉਹ ਸਾਨੂੰ ਕੌਨਸਟੈਂਟ ਹੀ ਨਜ਼ਰ ਆਉਂਦੀ ਆ। ਮੈਂ ਫਿਰ ਇਹ ਗੱਲ ਕਹਿ ਰਿਹਾ ਵਾਂ ਕਿ ਜਦੋਂ ਇਹ ਇਲੈਕਟ੍ਰੋਨ ਅੰਦਰ ਟਕਰਾਉਂਦੇ ਆ ਨਾ, ਇਹ ਬੜੀ ਜਲਦੀ ਇੱਕ ਦੂਜੇ ਦੇ ਨਾਲ ਟਕਰਾਉਂਦੇ ਰਹਿੰਦੇ ਆ। ਤੇ ਬਾਹਰਲੀ ਫੋਰਸ ਨੇ ਕੀ ਕਰਨਾ ਸੀ, ਬਾਹਰਲੀ ਫੋਰਸ ਨੇ ਇਹਨਾਂ ਦੀ ਸਪੀਡ ਨੂੰ ਐਕਸੀਲਰੇਟ ਕਰਨਾ ਸੀ, ਪਰ ਐਕਸੀਲਰੇਟ ਕਰ ਹੀ ਨਹੀਂ ਪਾਉਣੀ। ਕਿਉਂ ਨਹੀਂ ਕਰ ਪਾਉਣੀ? ਕਿਉਂਕਿ ਇਹਨਾਂ ਨੇ ਅੱਗੇ ਜਾ ਕੇ ਕਿਸੇ ਹੋਰ ਇਲੈਕਟ੍ਰੋਨ ਨਾਲ ਵੱਜ ਜਾਣਾ। ਮੰਨ ਲਓ ਮੇਰੇ ਤੋਂ ਇਹਦੀ ਸਪੀਡ ਵਧੀ ਵੀ, ਪਰ ਇੱਥੇ ਜਾ ਕੇ ਇਹਦੀ ਸਪੀਡ ਫੇਰ ਘਟ ਗਈ, ਇੱਥੋਂ ਤੁਰਿਆ ਫੇਰ ਅੱਗੇ ਜਾ ਕੇ ਕਿਸੇ ਨਾਲ ਵੱਜਾ, ਫਿਰ ਸਪੀਡ ਘਟ ਗਈ, ਤੇ ਓਵਰਆਲ ਸਾਨੂੰ ਕਿੰਨੀ ਕੁ ਇਹਦੀ ਸਪੀਡ ਵੱਧਦੀ ਨਜ਼ਰ ਆਏਗੀ? ਕੋਈ ਸਪੀਡ ਇਹਦੀ ਵੱਧਦੀ ਨਹੀਂ ਨਜ਼ਰ ਆਏਗੀ। ਇਸ ਕਰਕੇ ਅਸੀਂ ਕਹਿੰਦੇ ਆ ਐਕਸਲਰੇਸ਼ਨ ਤੇ ਹੈਗੀ ਆ, ਐਕਸਲਰੇਸ਼ਨ ਤੇ ਰਹੇਗੀ। ਕਿਉਂ ਰਹੇਗੀ? ਕਿਉਂਕਿ ਜੇ ਮਤਲਬ ਇਲੈਕਟ੍ਰੋਨ ਜਿਹੜੇ ਆ ਕਿਸੇ ਨਾ ਕਿਸੇ ਫੋਰਸ ਦੇ ਨਾਲ ਹੀ ਪੋਜ਼ਿਟਿਵ ਵੱਲ ਖਿੱਚੇ ਜਾਣਗੇ, ਤੇ ਜੇ ਫੋਰਸ ਹੈਗੀ ਆ ਤਾਂ ਐਕਸਲਰੇਸ਼ਨ ਵੀ ਹੈਗੀ ਆ। ਪਰ ਵੈਲੋਸਿਟੀ ਕੌਨਸਟੈਂਟ ਕਿਉਂ ਰਹਿੰਦੀ ਆ? ਕਿਉਂਕਿ ਕੋਲੀਜ਼ਨਸ ਇੰਨੀਆਂ ਕੁ ਜ਼ਿਆਦਾ ਵਾ, ਸਪੀਡ ਵੱਧ ਨਹੀਂ ਪਾਉਂਦੀ। ਅਸੀਂ ਇੱਕ ਐਵਰੇਜ ਸਪੀਡ ਹੀ ਸਾਨੂੰ ਨਜ਼ਰ ਆਉਂਦੀ ਆ, ਕੌਨਸਟੈਂਟ ਸਪੀਡ ਹੀ ਨਜ਼ਰ ਆਉਂਦੀ ਆ। ਤੇ ਜਿਹੜੀ ਅੰਦਰ ਐਕਸਲਰੇਸ਼ਨ ਨਜ਼ਰ ਆਉਂਦੀ ਆ ਨਾ, ਇਹ ਵਾਲੀ ਅਸੀਂ ਐਕਸਲਰੇਸ਼ਨ ਦੀ ਗੱਲ ਵੀ ਕਰੀਏ, ਇਹ ਐਕਸਲਰੇਸ਼ਨ ਸਿਰਫ ਇੰਸਟੈਂਟੇਨੀਅਸ ਐਕਸਲਰੇਸ਼ਨ ਆ। ਇਹਨੇ ਪਤਾ ਨਹੀਂ ਅਗਲੇ ਪਲ ਹੀ 0 ਹੋ ਜਾਣਾ। ਜਾਂ ਤੇ ਫਰਕ ਤੇ ਸਾਨੂੰ ਐਕਸਲਰੇਸ਼ਨ ਦਾ ਤਾਂ ਨਜ਼ਰ ਆਵੇ ਨਾ, ਵੈਲੋਸਿਟੀ ਦਾ ਸਾਨੂੰ ਤਾਂ ਵੱਧਦੀ ਨਜ਼ਰ ਆਵੇ ਐਕਸਲਰੇਸ਼ਨ ਦੇ ਕਰਕੇ। ਜੇ ਤਾਂ ਰਸਤਾ ਸਿੱਧਾ ਵਾ ਤੇ ਅਸੀਂ ਕਹੀਏ ਐਕਸਲਰੇਸ਼ਨ ਇੰਨੀ ਲੱਗਦੀ ਪਈ ਆ, ਇੱਕ ਕਾਰ ਜਾਂਦੀ ਪਈ ਆ, ਇਹ ਤੇ ਇੰਨੀ ਐਕਸਲਰੇਸ਼ਨ ਲੱਗਦੀ ਪਈ ਆ, ਫਿਰ ਤੇ ਆਪਾਂ ਕਹੀਏ। ਪਰ ਰਸਤਾ ਤਾਂ ਸਿੱਧਾ ਹੈ ਹੀ ਨਹੀਂ, ਰਸਤੇ ਤੇ ਰਾਜ ਦੇ ਟਕਰਾਉਂਦੇ ਜਾਣਾ, ਐਕਸਲਰੇਸ਼ਨ ਵੀ ਹੈਗੀ ਆ, ਟਕਰਾਉਂਦੇ ਵੀ ਜਾਣਾ ਵਾ। ਤੇ ਆਪਾਂ ਇਹ ਗੱਲ ਕਹਿ ਸਕਦੇ ਆ ਨਾ ਫਿਰ ਕਿ ਵੈਲੋਸਿਟੀ ਜਿਹੜੀ ਆ ਇਹਦੀ ਐਵਰੇਜ ਜੀ ਵੈਲੋਸਿਟੀ ਰਹਿਣੀ, ਉਹ ਕੌਨਸਟੈਂਟ ਜੀ ਰਹਿਣੀ ਆ। ਇਸ ਕਰਕੇ ਅਸੀਂ ਇਸ ਡ੍ਰਿਫਟ ਵੈਲੋਸਿਟੀ ਨੂੰ ਕੀ ਬੋਲਦੇ ਆ? ਯੂਨੀਫਾਰਮ ਬੋਲਦੇ ਆ, ਕਿ ਇਹ ਸਾਡੀ ਯੂਨੀਫਾਰਮ ਵੈਲੋਸਿਟੀ ਆ। ਸੋ ਆਸ ਕਰਦਾ ਕਿ ਤੁਸੀਂ ਇਸ ਚੀਜ਼ ਨੂੰ ਸਮਝੇ ਹੋਵੋਗੇ। ਇਸ ਤੋਂ ਬਾਅਦ 'ਚ ਮੈਂ ਡ੍ਰਿਫਟ ਵੈਲੋਸਿਟੀ ਤੇ ਕਰੰਟ ਦਾ ਰਿਲੇਸ਼ਨ ਪਤਾ ਕਰਨ ਜਾ ਰਿਹਾ ਵਾਂ, ਜਿਹੜਾ ਕਿ ਬਹੁਤ ਹੀ ਇੰਪੋਰਟੈਂਟ ਆਰਟੀਕਲ ਆ। ਇਹ ਵੀ ਬਹੁਤ ਇੰਪੋਰਟੈਂਟ ਆਰਟੀਕਲ ਆ। ਮੈਂ ਬਹੁਤ ਕੋਸ਼ਿਸ਼ ਕੀਤੀ ਬਾਰ-ਬਾਰ ਸਮਝਾਉਣ ਦੀ ਕਿ ਤੁਹਾਨੂੰ ਸਮਝ ਲੱਗ ਜੇ, ਬਾਕੀ ਪਤਾ ਨਹੀਂ ਤੁਸੀਂ ਕਿਸ ਲੈਵਲ ਦਾ ਸਮਝ ਪਾਏ ਹੋਵੋ। ਜੇ ਨਹੀਂ ਸਮਝ ਲੱਗਦੀ ਤਾਂ ਇੱਕ ਵਾਰੀ ਬੁੱਕ ਦੇ ਨਾਲ ਮੇਲ ਕੇ ਦੁਬਾਰਾ ਲੈਕਚਰ ਨੂੰ ਜ਼ਰੂਰ ਦੇਖਣਾ, ਕਿਉਂਕਿ ਇਹ ਇੱਕ ਇੰਪੋਰਟੈਂਟ ਟੌਪਿਕ ਆ। ਇਹਦੇ 'ਚ ਕੈਮਿਸਟਰੀ ਦੇ ਕਨਸੈਪਟ ਵੀ ਮੈਂ ਕਾਫੀ ਯੂਜ਼ ਕਰ ਰਿਹਾ ਵਾਂ। ਸੋ ਪਹਿਲੀ ਗੱਲ ਤਾਂ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਸਮਝੇ ਹੀ ਹੋਵੋਗੇ।